JMC प्रभु यीशु मसीह तुहानू सारिਆਂ ਨੂੰ बहुत बरकत देवे, सारिਆਂ ਨੂੰ आशीष देवे बहुत ज़्यादा। ਅਸੀਂ ਬਾਈਬਲ ਦੇ ਵਿੱਚੋਂ ਪੜਾਂਗੇ। ਬੱਚੇ ਸਾਰੇ ਚੁੱਪ ਕਰ ਜਾਣਗੇ, ਉਹਨਾਂ ਦੀ ਗੱਲਾਂ ਨਹੀਂ ਕਰਨੀਆਂ ਹਨ। ਕਹਾਵਤਾਂ ਦੀ ਕਿਤਾਬ 22 ਬਾਬ 6 ਆਏ। ਧੰਨਵਾਦ ਕਰਦੇ ਅਸੀਂ ਇਹਨਾਂ ਵਰਦਾਨਾਂ ਲਈ। ਆਇਓ ਸੰਗਤੀ ਦੇ ਵਿੱਚ ਹਨ, ਗਾਉਣ ਦੇ, ਵਜਾਉਣ ਦੇ, ਉਸ ਦੀ ਉਸਤ ਮਹਿਮਾ ਵਡਿਆਈ ਧੰਨਵਾਦ ਕਰਨ ਦੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਮਿਲੇ। ਹਾਲੇਲੂਇਆ। ਤਾਂ ਮੈਂ ਸੋਚ ਰਿਹਾ ਸੀ ਜਦੋਂ ਭਾਈ ਜਾਰਜ ਦੀ ਸ਼ਾਦੀ ਹੋਈ ਉਦੋਂ ਵੀ ਉੱਥੇ ਹੀ ਸੀ ਤੇ ਪ੍ਰਚਾਰ ਵੀ ਕੀਤਾ ਸੀ ਮੈਂ। ਬਾਅਦ 'ਚ ਫਿਰ ਪ੍ਰਭੂ ਨੇ ਉਹਨਾਂ ਦੇ ਵਿਆਹ 'ਚ ਬਰਕਤਾਂ ਦਿੱਤੀਆਂ, ਬੱਚੇ ਆਏ ਤਾਂ ਨਾਲ ਹੀ ਰਹੇ ਅਸੀਂ ਸਦਾ ਖੁਸ਼ੀਆਂ ਦੇ ਵਿੱਚ। ਤਾਂ ਪ੍ਰਭੂ ਦੇ ਨਾਮ ਨੂੰ ਅਸੀਂ ਮਹਿਮਾ ਦਿੰਦੇ ਹਾਂ। ਇਸਤੀਫਾਨ ਆਇਆ, ਪ੍ਰਾਰਥਨਾਵਾਂ ਕੀਤੀਆਂ, ਮਸਾ ਕੀਤਾ ਗਿਆ, ਉਹਨੂੰ ਸਮਰਪਣ ਕੀਤਾ ਗਿਆ ਔਰ ਹੁਣ ਅਸੀਂ ਜਨਮ ਦਿਨ ਮਨਾ ਰਹੇ ਹਾਂ ਤੇ ਬੱਚੇ ਵੱਡੇ ਹੋ ਰਹੇ ਹਨ ਔਰ ਅਸੀਂ ਬੜੇ ਖੁਸ਼ ਹਾਂ ਕਿ ਬੱਚੇ ਅਗਲੀ ਪੀੜ੍ਹੀ ਇੱਕ ਉੱਠ ਰਹੀ ਹੈ। ਆਮੇਨ। ਜਿਵੇਂ ਕਿ ਸਾਰੇ ਜਾਣਦੇ ਕਿ 40 ਸਾਲ ਦੀ ਇੱਕ ਪੀੜ੍ਹੀ ਹੁੰਦੀ ਹੈ। ਜਦੋਂ ਅਸੀਂ 40 ਸਾਲ ਦੇ ਲਾਗੇ ਪਹੁੰਚਦੇ ਹਾਂ ਤਾਂ ਇੱਕ ਨਵੀਂ ਪੀੜ੍ਹੀ ਉੱਠ ਪੈਂਦੀ ਹੈ। ਆਮੇਨ। ਤਾਂ ਅਸੀਂ ਇਸ ਨਵੀਂ ਪੀੜ੍ਹੀ ਦਾ ਸਵਾਗਤ ਕਰਦੇ ਹਾਂ ਤੇ ਸਦਾ ਤਿਆਰ ਰਹੋ। ਔਰ ਮੈਂ ਆਪਣੇ ਆਪ ਨੂੰ ਪਹਿਲੇ ਤਿਆਰ ਕੀਤਾ ਸੀਗਾ ਕਿ ਕਦੇ ਮੈਨੂੰ ਨਾ ਦੁੱਖ ਹੋਇਆ ਥੱਲੇ ਡਿੱਗਣ ਦਾ, ਨਾ ਕਦੇ ਬਾਹਲਾ ਚਾਹ ਹੋਇਆ ਉੱਪਰ ਉੱਠਣ ਦਾ, ਕਿਉਂਕਿ ਇੱਕ ਸਮਾਂ ਤੁਹਾਡਾ ਮੇਰਾ ਸਮਾਂ ਕਦੀ ਸਦਾ ਨਹੀਂ ਰਹਿਣਾ, ਤੁਹਾਡਾ ਸਮਾਂ ਕਦੀ ਨਹੀਂ ਰਹਿਣਾ। ਇਹ ਸਾਨੂੰ ਸੱਚ ਨੂੰ ਮੰਨ ਲੈਣਾ ਪੈਣਾ ਪਹਿਲਾਂ ਹੀ। ਜਾਂ ਤੁਸੀਂ ਬੁਲੰਦੀ ਤੇ ਹੋਵੋ, ਬਹੁਤ ਮਸ਼ਹੂਰ ਹੋਵੋ, ਜਾਂ ਤੁਸੀਂ ਪ੍ਰਚਾਰਕ ਹੋਵੋ, ਜਾਂ ਗਾਉਣ ਵਾਲੇ ਹੋਵੋ, ਜਾਂ ਆਰਾਧਨਾ ਕਰਨ ਵਾਲੇ ਹੋਵੋ, ਜਾਂ ਵਜਾਉਣ ਵਾਲੇ ਹੋਵੋ, ਕੁਝ ਵੀ ਹੋਵੋ ਤੇ ਸਦਾ ਨਹੀਂ ਰਹਿਣਾ। ਠੀਕ ਹੈ। ਇਸ ਲਈ ਦੂਜਿਆਂ ਨੂੰ ਮੌਕਾ ਦਈਏ, ਖੁਦ ਹੀ ਅਸੀਂ ਮੌਕਾ ਦੇਵਾਂਗੇ, ਚੰਗੀ ਗੱਲ ਹੈ। ਕਿਉਂਕਿ ਇੱਕ ਮੂਵ ਹੈ, ਇੱਕ ਲਹਿਰ ਹੈ ਜੋ ਅੱਗੇ ਤੋਂ ਅੱਗੇ ਤੁਰਨੀ ਹੈ ਔਰ ਇਹੀ ਅੱਜ ਦਾ ਪ੍ਰਚਾਰ ਹੈ ਮੇਰਾ। ਆਮੇਨ। 22 ਬਾਬ 6 ਆਇਤ ਕਹਾਵਤਾਂ ਦੀ ਇਹ ਗੱਲਾਂ ਬਾਤਾਂ ਹੀ ਕੁਛ ਕਰਾਂਗੇ ਰਲ ਮਿਲ ਕੇ ਸਾਰੇ। ਔਰ ਪ੍ਰਭੂ ਬਰਕਤ ਦੇਵੇ ਆਪਣੇ ਵਚਨ ਦੇ ਉੱਤੇ। ਯਾਦ ਅਸੀਂ ਪੜ੍ਹਨ ਲੱਗੇ ਉਸ ਨੂੰ 22 ਬਾਬ 6 ਆਇਤ ਕਹਾਵਤਾਂ ਦੀ ਕਿਤਾਬ। ਮਿਲ ਗਿਆ ਸਾਰਿਆਂ ਨੂੰ? ਲਿਖਿਆ, ਬਾਲਕ ਨੂੰ ਉਹਦਾ ਠੀਕ ਰਾਹ ਸਿਖਲਾ ਤਾਂ ਵੱਡਾ ਹੋ ਕੇ ਉਸ ਤੋਂ ਕਦੀ ਨਾ ਹਟੇਗਾ। ਦੁਆ ਕਰਦੇ ਛੋਟੀ ਜਿਹੀ। ਖੁਦਾਵੰਦ ਪ੍ਰਭੂ ਯੀਸ਼ੂ ਮਸੀਹ, ਅਸੀਂ ਖੁਸ਼ ਹਾਂ ਤੇਰੀ ਮਹਿਮਾ ਵਡਿਆਈ ਉਸਤਤ ਦੇ ਲਈ ਭਜਨ ਗੀਤ ਗਾਏ ਗਏ, ਮਹਿਮਾ ਵਡਿਆਈ ਕੀਤੀ ਗਈ ਔਰ ਧੰਨਵਾਦ ਦੀਆਂ ਭੇਂਟਾਂ ਚੜਾਈਆਂ ਗਈਆਂ ਹਨ। ਇਹ ਸੁਗੰਧਤਾ ਦੀਆਂ ਭੇਂਟਾਂ ਤੇਰੇ ਹਜ਼ੂਰ 'ਚ ਪਹੁੰਚੀਆਂ ਹਨ ਔਰ ਤੂੰ ਜ਼ਰੂਰ ਖੁਸ਼ ਹੈ, ਆਨੰਦਿਤ ਹੈ, ਕਿਉਂ ਜੋ ਅਸੀਂ ਤੇਰੀਆਂ ਹਰੇਕ ਚੀਜ਼ਾਂ ਲਈ ਤੈਨੂੰ ਧੰਨਵਾਦ ਦਿੰਦੇ ਹਾਂ, ਤੈਨੂੰ ਆਸ਼ੀਸ਼ ਬਰਕਤ ਦੇ ਲਈ ਸ਼ੁਕਰ ਕਰਦੇ ਹਾਂ ਤੇਰਾ ਔਰ ਤੈਨੂੰ ਸ਼ੁਕਰ ਕਹਿੰਦੇ ਹਾਂ। ਪ੍ਰਭੂ ਸਾਰੀਆਂ ਭਲਾਈਆਂ ਲਈ ਧੰਨਵਾਦ। ਹੁਣ ਜਦ ਤੇਰਾ ਪਵਿੱਤਰ ਵਚਨ ਪੜ੍ਹਿਆ ਹੈ, ਇਸ ਦੇ ਉੱਤੇ ਬਹੁਤ ਬਰਕਤ ਦੇਣੀ, ਆਸ਼ੀਸ਼ ਦੇਣੀ। ਅੱਜ ਦੀ ਸਾਡੀ ਸਭਾ ਸਾਡੇ ਸਾਰਿਆਂ ਲਈ ਇੱਕ ਇੱਕ ਲਈ ਬਰਕਤ ਦਾ ਕਾਰਨ ਬਣੇ। ਜਦ ਹੁਣ ਤੇਰਾ ਵਚਨ ਬੀਜਿਆ ਜਾਂਦਾ ਹੈ ਹਿਰਦਿਆਂ 'ਚ, ਮਸੀਹ ਯਿਸੂ ਨੂੰ ਲੋਕਾਂ ਦੇ ਵਿੱਚ ਵੰਡਿਆ ਜਾਂਦਾ ਹੈ, ਪ੍ਰਭੂ ਤੇਰੀ ਸਹਾਇਤਾ ਮੰਗਦੇ, ਤੇਰਾ ਪਵਿੱਤਰ ਆਤਮਾ ਇਹ ਕੰਮ ਕਰੇ। ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਇਹ ਪ੍ਰਾਰਥਨਾ ਕਰਦੇ ਹਾਂ। ਆਮੇਨ। ਆਮੇਨ। ਕਿਰਪਾ ਕਰਕੇ ਤੁਸੀਂ ਬੈਠ ਸਕਦੇ ਹੋ। ਸਾਰਿਆਂ ਨੂੰ ਇੱਕ ਵਾਰੀ ਫੇਰ JMC ਦੀ ਹੋਵੇ, ਧੰਨਵਾਦ ਪ੍ਰਭੂ ਦਾ ਹੋਵੇ, ਵਡਿਆਈ ਹੋਵੇ। ਮੇਰਾ ਵਿਸ਼ਾ ਹੈ ਕਿਸ਼ੋਰ ਸਾਲਾਂ ਨੂੰ ਪ੍ਰਭੂ ਲਈ ਸੰਭਾਲਣਾ। ਕਿਸ਼ੋਰ ਸਾਲ ਜਿਹੜੇ ਆ ਉਹ ਕਿਹੜੇ ਹੁੰਦੇ ਆ, ਅਸੀਂ ਕਰਾਂਗੇ ਗੱਲ। ਟੀਨ ਏਜ ਕਹਿੰਦੇ ਇੰਗਲਿਸ਼ ਦੇ ਵਿੱਚ ਇਹਨੂੰ। ਆਮੇਨ। ਬੱਚੇ ਵੱਡੇ ਹੋ ਰਹੇ ਹਨ, ਸਾਡੇ ਸਾਰਿਆਂ ਦੇ ਉੱਤੇ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੈ ਇਹਨਾਂ ਬੱਚਿਆਂ ਨੂੰ ਠੀਕ ਤਰ੍ਹਾਂ ਪਾਲਣਾ, ਪਰਵਰਿਸ਼ ਕਰਨੀ
ਔਰ ਉਹਨਾਂ ਨੂੰ ਜਿਵੇਂ ਇੱਥੇ ਲਿਖਿਆ ਕਿ ਬਾਲਕ ਨੂੰ ਉਹਦਾ ਠੀਕ ਰਾਹ ਸਿਖਲਾ ਤਾਂ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ। ਇਸ ਤਰ੍ਹਾਂ ਲਫ਼ਜ਼ ਲਿਖੇ ਗਏ ਹਨ। ਆਮੀਨ, ਹਾਲੇਲੂਇਆ। ਪਰਮੇਸ਼ਵਰ ਸੱਚਮੁੱਚ ਸਾਡੇ ਬੱਚਿਆਂ ਨਾਲ ਪਿਆਰ ਕਰਦਾ ਹੈ, ਸਾਡੇ ਬੱਚਿਆਂ ਦੀ ਪਰਵਾਹ ਕਰਦਾ ਹੈ, ਸਾਡੇ ਬੱਚਿਆਂ ਨੂੰ ਸੰਭਾਲਦਾ ਹੈ। ਆਮੀਨ। ਔਰ ਉਹ ਹੈ ਜੋ ਬੱਚੇ ਦਿੰਦਾ ਹੈ। ਹਾਲੇਲੂਇਆ। ਔਰ ਪਰਮੇਸ਼ਵਰ ਦੀ ਇਹ ਇੱਛਾ ਹੈ, ਮਨਸ਼ਾ ਹੈ, ਇਰਾਦਾ ਹੈ ਕਿ ਇਹ ਬੱਚੇ ਜਿਹੜੇ ਹਨ ਇਹ ਉਹਦੀ ਅਗਲੀ ਲਹਿਰ ਬਣਨ। ਆਮੀਨ। ਅੱਜ ਦੀ ਲਹਿਰ ਅਸੀਂ ਹਾਂ, ਪਰ ਅਸੀਂ ਬੁੱਢੇ ਹੋ ਰਹੇ ਹਾਂ, ਸਾਡਾ ਸਮਾਂ ਜਾ ਰਿਹਾ ਹੈ। ਅਗਰ ਪ੍ਰਭੂ ਦੀ ਆਮਦ ਦੇਰ ਹੁੰਦੀ ਹੈ ਤਾਂ ਇਹ ਬੱਚੇ ਹਨ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੀ ਆਉਣ ਵਾਲੀ ਲਹਿਰ ਬਣਨਾ, ਇੱਕ ਮੂਵ ਬਣਨਾ, ਇੱਕ ਬੇਦਾਰੀ ਬਣਨੀ ਹੈ। ਹਾਲੇਲੂਇਆ। ਇਸ ਲਈ ਮੈਂ ਕਿਹਾ ਆਪਣੇ ਆਪ ਨੂੰ ਪਹਿਲੇ ਤਿਆਰ ਕਰਕੇ ਰੱਖੋ, ਦੂਜੇ ਲਈ ਰਾਹ ਤਿਆਰ ਕਰੋ। ਹਾਲੇਲੂਇਆ। ਤਾਂ ਪਰਮੇਸ਼ਵਰ ਇਹ ਚਾਹੁੰਦਾ ਹੈ ਕਿ ਬੱਚੇ ਜੋ ਵੱਡੇ ਹੋ ਰਹੇ ਹਨ ਉਹ ਉਸ ਦੇ ਆਉਣ ਵਾਲੇ ਕੰਮ ਦਾ, ਉਸ ਦੀ ਆਉਣ ਵਾਲੇ ਮੂਵ ਦਾ, ਲਹਿਰ ਦਾ ਹਿੱਸਾ ਬਣਨ। ਹਾਲੇਲੂਇਆ। ਇਸੇ ਲਈ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਬਾਈਬਲ ਨੂੰ ਪੜ੍ਹਦੇ ਹਾਂ, ਮਸੀਹਤ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਤਾਂ ਪਰਮੇਸ਼ਵਰ ਨਿਰਭਰ ਰਿਹਾ ਹੈ, ਡਿਪੈਂਡ ਰਿਹਾ ਹੈ। ਪਰਮੇਸ਼ਵਰ ਨਿਰਭਰ ਰਿਹਾ ਉਹਨਾਂ ਅਣਥੱਕ ਮਿਹਨਤੀ ਮਾਂ ਬਾਪ ਦੇ ਉੱਤੇ। ਹਾਲੇਲੂਇਆ। ਜਿਨ੍ਹਾਂ ਨੇ ਅਗਲੀ ਪੀੜ੍ਹੀ ਨੂੰ ਪਰਮੇਸ਼ਵਰ ਦੇ ਲਹਿਰ ਦੇ ਲਈ ਤਿਆਰ ਕੀਤਾ। ਹਾਲੇਲੂਇਆ। ਔਰ ਇਹ ਵੇਖਦੇ ਕਿ ਮਾਂ ਬਾਪ ਹੋਣ ਦੇ ਨਾਤੇ ਸਾਡੇ ਉੱਤੇ ਕਿੰਨੀ ਵੱਡੀ ਜ਼ਿੰਮੇਵਾਰੀ ਹੈ ਆਪਣੇ ਬੱਚਿਆਂ ਨੂੰ ਉਸ ਲਹਿਰ ਦੇ ਲਈ ਤਿਆਰ ਕਰਨ ਦੇ ਲਈ। ਆਮੀਨ। ਸੋ ਪਰਮੇਸ਼ਵਰ ਨਿਰਭਰ ਰਿਹਾ ਕਿ ਮਾਂ ਬਾਪ ਉਹ ਹੋਣ ਕਿਲਾ ਵਰਗੇ, ਪ੍ਰਿਸਕਿਲਾ ਦੇ ਵਰਗੇ। ਆਮੀਨ। ਜੋ ਆਪਣੇ ਬੱਚਿਆਂ ਨੂੰ ਜਾਂ ਇੱਕ ਅਗਲੀ ਪੀੜ੍ਹੀ ਨੂੰ ਤਿਆਰ ਕਰਨ, ਜੋ ਪਰਮੇਸ਼ਵਰ ਦੇ ਕੰਮ ਨੂੰ ਅੱਗੇ ਲੈ ਕੇ ਜਾਵੇ, ਜੋ ਪਰਮੇਸ਼ਵਰ ਦੇ ਲਈ ਟ੍ਰੇਨਡ ਕੀਤੇ ਹੋਏ ਬੱਚੇ ਹੋਣ। ਜਿਵੇਂ ਕਿ ਕਹਾਵਤਾਂ ਚ ਹੀ ਪੜ੍ਹਿਆ ਹੈ ਕਿ ਬੱਚੇ ਨੂੰ, ਬਾਲਕ ਨੂੰ ਉਹਦਾ ਠੀਕ ਰਾਹ ਸਿਖਲਾ। ਬਾਲਕ ਨੂੰ, ਬੱਚੇ ਨੂੰ। ਹਾਲੇਲੂਇਆ। ਖਾਸ ਕਰਕੇ ਆਪਣੇ ਬੱਚਿਆਂ ਨੂੰ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੇ ਹਨ, ਆਪਣੇ ਬੱਚੇ। ਆਮੀਨ। ਸੁਣ ਰਹੇ ਹਨ ਸਾਰੇ? ਸਾਰਿਆਂ ਨੇ ਮੇਰੇ ਵੱਲ ਧਿਆਨ ਰੱਖਣਾ ਹੈ ਕਿਉਂਕਿ ਸਾਰੇ ਜਣੇ ਭਾਈ ਹੁਣਾਂ ਵੱਲ ਦੇਖਣ ਲੱਗ ਗਏ ਆ। ਮੈਂ ਉਹਨਾਂ ਦੇ ਰੁਕ ਜਾਂਦਾ ਕਿਉਂਕਿ ਜਿਹੜਾ ਜ਼ਿਆਦਾ ਜ਼ਰੂਰੀ ਕੰਮ ਉਹ ਦੇਖ ਲਓ ਪਹਿਲੇ, ਫਿਰ ਆਪਾਂ ਬਚਨ ਵੱਲ ਆਉਂਦੇ ਹਾਂ। ਨਿਬੜ ਗਿਆ ਕੰਮ ਉਧਰੋਂ, ਇੱਧਰ ਤੋਂ ਹੀ ਧਿਆਨ ਰੱਖਣਾ ਹੈ। ਆਮੀਨ। ਖਾਸ ਕਰਕੇ ਆਪਣੇ ਬੱਚੇ ਜੋ ਸਾਨੂੰ ਬੱਚੇ ਦਿੱਤੇ ਹਨ। ਆਮੀਨ। ਮੈਂ ਇਹਨਾਂ ਦਿਨਾਂ 'ਚ ਬੜੀ ਦਿਲਚਸਪ ਅਧਿਐਨ ਕਰ ਰਿਹਾ ਸੀ ਔਰ ਮੈਂ ਉਹਨੂੰ ਨੋਟ ਵੀ ਕਰ ਰਿਹਾ ਕਿਤੇ ਮੈਂ ਪ੍ਰਚਾਰ ਕਰਨਾ ਕਿ ਆਪਣੇ ਬੱਚੇ, ਪੌਲੁਸ ਦਾ ਕੋਈ ਬੱਚਾ ਨਹੀਂ ਸੀ ਪਰ ਉਹਨੇ ਤਿਤਸ ਨੂੰ ਕਿਹਾ ਮੇਰਾ ਬੱਚਾ, ਤਿਮੋਥਿਉਸ ਨੂੰ ਕਿਹਾ ਮੇਰਾ ਬੱਚਾ। ਆਮੀਨ। ਪਤਰਸ ਦੇ ਬੱਚਿਆਂ ਦਾ ਕੋਈ ਬਾਈਬਲ ਜ਼ਿਕਰ ਨਹੀਂ ਪਰ ਮਰਕਸ ਨੂੰ ਕਹਿ ਰਿਹਾ ਮੇਰਾ ਬੱਚਾ ਹੈ। ਆਮੀਨ। ਪੌਲੁਸ ਦੇ ਮਾਂ ਬਾਪ ਦਾ ਕੋਈ ਪਤਾ ਨਹੀਂ ਹੈ ਪਰ ਉਹ ਕਹਿ ਰਿਹਾ ਤਿਤਸ ਨੂੰ, ਸ਼ਾਇਦ ਜਦੋਂ ਲਿਖ ਰਿਹਾ ਜਾਂ ਕਿਸੇ ਹੋਰ ਨੂੰ ਮੈਂ ਪੜ੍ਹ ਰਿਹਾ ਹੀ, ਕਹਿ ਰਿਹਾ ਤੇਰੀ ਮਾਂ ਤੇ ਮੇਰੀ ਵੀ। ਉਹਦੀ ਮਾਂ ਨੂੰ ਆਪਣੀ ਮਾਂ ਕਹਿ ਰਿਹਾ। ਆਮੀਨ। ਸੋ ਦੇਖਦੇ ਕਿ ਆ ਜਿਹੜੇ ਰਿਸ਼ਤੇ ਪ੍ਰਭੂ ਯਿਸੂ ਮਸੀਹ ਚ ਬਣਦੇ ਆ ਇਹ ਵੱਖਰੀ ਕਿਸਮ ਦੇ ਹੁੰਦੇ ਹਨ। ਇਹ ਸਵਰਗੀ ਰਿਸ਼ਤੇ ਹਨ। ਇਹ ਸਵਰਗੀ ਮਾਂ ਬਾਪ ਦੇ ਵਾਂਗ ਹੈ। ਇਹ ਸਵਰਗੀ ਭੈਣਾਂ ਭਰਾਵਾਂ ਦੇ ਵਾਂਗ ਹੈ। ਹਾਲੇਲੂਇਆ। ਇਹ ਸਵਰਗੀ ਬੱਚਿਆਂ ਦੇ ਵਾਂਗ ਹੈ। ਤਾਂ ਇਹ ਦੇਖਦੇ ਕਿ ਸਾਡੇ ਬਹੁਤ ਸਾਰੇ ਬੱਚੇ ਹਨ ਪ੍ਰਚਾਰਕ ਹੋਣ ਦੇ ਨਾਤੇ ਮਸੀਹ ਦੇ ਵਿੱਚ ਜੋ ਦਿੱਤੇ ਗਏ, ਪਰ ਖਾਸ ਕਰਕੇ ਇਹ ਗੱਲ ਕਰ ਰਹੇ ਹੁਣ ਉਹਨਾਂ ਬੱਚਿਆਂ ਦੀ ਜੋ ਬੱਚੇ ਸਾਨੂੰ ਸਰੀਰਕ ਤੌਰ ਤੇ ਸਾਡੇ ਤੋਂ ਪੈਦਾ ਹੋਏ। ਉਹਨਾਂ ਲਈ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਮਸੀਹ ਦੇ ਲਈ ਟ੍ਰੇਨਡ ਕਰੀਏ। ਕਿਉਂ?
ਤਾਂ ਕਿ ਉਸ ਪਰਮੇਸ਼ਵਰ ਦੇ ਲਗਾਤਾਰ ਕੰਮ ਨੂੰ ਉਹ ਜਾਰੀ ਰੱਖ ਸਕਣ। ਆਮੇਨ। ਜਿਵੇਂ ਕਿ ਪੌਲੁਸ ਨੇ ਕਿਹਾ, ਉਹ ਨੇਚਾ ਜਿਹੜੀ ਮੈਂ ਤੇਰੀ ਨਾਨੀ ਚ ਦੇਖੀ ਸੀ, ਉਹ ਵਿਸ਼ਵਾਸ, ਉਹ ਸ਼ਰਧਾ, ਉਹ ਗੁਣ ਹੁਣ ਤੇਰੇ ਚ ਅੱਗੇ ਵੱਧ ਰਹੇ। ਹਾਲੇਲੂਇਆ। ਤਾਂ ਕਿ ਇਹ ਕੰਮ ਅੱਗੇ ਲਗਾਤਾਰ ਕੰਟੀਨਿਊਏਸ਼ਨ ਰਹੇ, ਕੰਮ ਰੁਕੇ ਨਾ। ਇੱਕ ਤੋਂ ਬਾਅਦ ਅਗਲੀ ਪੀੜ੍ਹੀ ਆ ਗਈ ਕਿ ਬਾਈਬਲ ਨਹੀਂ ਕਹਿੰਦੀ ਪੀੜ੍ਹੀ ਦਰ ਪੀੜ੍ਹੀ, ਹਾਲੇਲੂਇਆ, ਇੱਕ ਪੀੜ੍ਹੀ ਦੂਜੀ ਪੀੜ੍ਹੀ ਨੂੰ ਉਹਦੀ ਖਬਰ ਸੁਣਾਉਂਦੀ ਹੈ, ਉਹ ਪੀੜ੍ਹੀ ਦੂਜੀ ਪੀੜ੍ਹੀ ਨੂੰ ਖਬਰ ਸੁਣਾਉਂਦੀ ਹੈ। ਤਾਂ ਪਰਮੇਸ਼ਰ ਦਾ ਕੰਮ ਲਗਾਤਾਰ ਵੱਧਦਾ ਆ, ਇੱਕ ਤੋਂ ਦੂਜੇ ਤੱਕ, ਦੂਜੇ ਤੋਂ ਦੂਜੇ, ਦੂਜੇ ਤੋਂ ਦੂਜੇ। ਇਹਨੂੰ ਕਹਿੰਦੇ ਹਨ ਨਿਰੰਤਰਤਾ, ਲਗਾਤਾਰ ਕਿਸੇ ਕੰਮ ਦਾ ਜਾਰੀ ਰਹਿਣਾ, ਤਾਂ ਕਿ ਅਗਲੇ ਸਾਡੇ ਬੱਚੇ ਪਰਮੇਸ਼ਵਰ ਦੇ ਉਸ ਗੋਲ ਨੂੰ, ਲਕਸ਼ ਨੂੰ, ਮਕਸਦ ਨੂੰ, ਕੰਮ ਨੂੰ ਲਗਾਤਾਰ ਜਾਰੀ ਰੱਖਣ। ਇਸੇ ਲਈ, ਇਸੇ ਕਰਕੇ ਹੀ ਬਾਈਬਲ ਸਾਨੂੰ ਇੱਕ ਖਾਸ ਵਿਸ਼ੇ ਦੇ ਉੱਤੇ ਸਿਖਾਉਂਦੀ ਹੈ ਕਿ ਆਪਣੇ ਬੱਚਿਆਂ ਨੂੰ ਪਾਲਣਾ ਕਿਵੇਂ, ਉਹਨਾਂ ਨੂੰ ਰੱਬ ਦਾ ਡਰ ਪੈ ਕਿਵੇਂ ਸਿਖਾਉਣਾ ਹੈ। ਆਮੇਨ। ਔਰ ਉਹਨਾਂ ਦੀ ਪਰਵਰਿਸ਼ ਤੇ ਕਰਨ ਚ ਕਿਵੇਂ ਹੈਲਪ ਕਰਨੀ ਹੈ, ਅਗਲੀ ਪੀੜ੍ਹੀ ਪਰਮੇਸ਼ਵਰ ਦੇ ਲਈ ਖੜੀ ਕਿਵੇਂ ਕਰਨੀ ਹੈ, ਤਿਆਰ ਕਿਵੇਂ ਕਰਨੀ ਹੈ, ਇਹ ਸਾਰਾ ਕੁਝ ਪਰਮੇਸ਼ਵਰ ਦੇ ਵਚਨ ਦੇ ਵਿੱਚ ਦਰਜ ਹੈ। ਹਾਲੇਲੂਇਆ। ਇਸੇ ਲਈ ਜਦ ਮਿਸਰ ਦੇ ਵਿੱਚ ਗੁਲਾਮ ਸੀਗੇ ਇਸਰਾਇਲੀ ਲੋਕ, 430 ਸਾਲ ਗੁਲਾਮ ਰਹੇ। ਗੁਲਾਮੀ ਤੋਂ ਬਾਅਦ ਜਦ ਪਰਮੇਸ਼ਵਰ ਨੇ ਆਪਣੀ ਸਾਮਰਥ ਦੇ ਨਾਲ, ਸ਼ਕਤੀ ਦੇ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਲਿਆਂਦਾ, ਤਾਂ ਜਦੋਂ ਬਾਹਰ ਕੱਢੇ ਗਏ ਬੜੇ ਅਚੰਭੇ ਕੰਮ ਹੋਏ। ਪਹਿਲੋਠਿਆਂ ਦੇ ਬਵਾਂ ਆਈਆਂ, ਨੀਲ ਨਦੀ ਔਰ ਸਭ ਉੱਥੇ ਲਹੂ ਬਣ ਗਏ, ਪਾਣੀ, ਬਵਾਂ ਆਈਆਂ। ਸਾਨੂੰ ਪਤਾ ਹੈ ਲਾਲ ਸਮੁੰਦਰ ਦੋ ਭਾਗ ਹੋ ਗਿਆ, ਮੰਨਾ ਬਰਸਿਆ। ਹਾਲੇਲੂਇਆ। ਔਰ ਬਹੁਤ ਅਦਭੁਤ ਕੰਮ ਹੋਏ। ਪਰ ਉਹਨਾਂ ਦੀ ਅਗਲੇ ਜਿਹੜੇ ਬੱਚੇ ਹੋਣੇ ਸਨ, ਜਾਂ ਛੋਟੇ ਨਿੱਕੇ ਬੱਚੇ ਪੈਦਾ ਹੋਣ ਵਾਲੇ ਸਨ, ਜਾਂ ਪੈਦਾ ਹੀ ਹੋਏ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਵੀ ਜਾਣਕਾਰੀ ਨਹੀਂ ਸੀ। ਤਾਂ ਪਰਮੇਸ਼ਵਰ ਨੇ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਿਖਾਉਣੀਆਂ ਆ ਵੀ ਤੁਹਾਨੂੰ ਬਾਹਰ ਕਿੱਦਾਂ ਕੱਢ ਕੇ ਲਿਆਂਦਾ ਗਿਆ, ਚਮਤਕਾਰ ਕਿੱਦਾਂ ਹੋਏ ਸੀ, ਅੱਗ ਦਾ ਖੰਭਾ ਕਿੱਦਾਂ ਆਇਆ, ਲਾਲ ਸਮੁੰਦਰ ਕਿੱਦਾਂ ਫਟਿਆ। ਇਹ ਵਿਵਸਥਾ ਸਾਰ 11 ਬਾਬ ਚ ਲਿਖਿਆ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਜਦੋਂ ਆਉਣਗੇ, ਪੈਦਾ ਹੋਣਗੇ, ਪੀੜ੍ਹੀਓ ਪੀੜ੍ਹੀ ਇਹ ਖਬਰਾਂ, ਇਹ ਗਵਾਹੀਆਂ ਸੁਣਾਉਣੀਆਂ। ਇਹ ਕੀ ਸੀਗਾ? ਉਹਨਾਂ ਬੱਚਿਆਂ ਨੂੰ ਟ੍ਰੇਨ ਕਰਨਾ, ਉਹਨਾਂ ਨੂੰ ਪਰਮੇਸ਼ਰ ਦਾ ਡਰ ਪਿਆ ਸਿਖਾਉਣਾ। ਤਾਂ ਮੈਂ 11 ਬਾਬ ਵਿਵਸਥਾ ਸਾਰ ਉਸ ਦੀ 18 ਤੋਂ 21 ਪੜ੍ਹਨ ਲੱਗਾ ਹਾਂ। ਬਾਕੀ ਜਿਹੜਾ ਉਹਦਾ ਹੈਡਿੰਗ ਵੀ ਇਹੀ ਹੈ ਕਿ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੀਆਂ ਗੱਲਾਂ ਸਿਖਾਓ। ਤੁਸੀਂ ਮੇਰੀਆਂ ਇਹਨਾਂ ਗੱਲਾਂ ਨੂੰ ਆਪਣਿਆਂ ਦਿਲਾਂ ਅਤੇ ਜਾਨਾਂ ਵਿੱਚ ਰੱਖਣਾ, ਅਤੇ ਉਹਨਾਂ ਨੂੰ ਤੁਸੀਂ ਨਿਸ਼ਾਨ ਲਈ ਆਪਣੇ ਹੱਥ ਉੱਤੇ ਬੰਨਣਾ, ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਤਵੀਤ ਵਾਂਗੂ ਹੋਣ। ਤੁਸੀਂ ਆਪਣੇ ਘਰ ਬੈਠੇ, ਰਾਹ ਚੱਲਦੇ, ਲੰਮੇ ਪਏ ਅਤੇ ਉੱਠਦੇ ਹੋਏ ਇਹਨਾਂ ਗੱਲਾਂ ਦਾ ਆਪਣੇ ਬੱਚਿਆਂ ਨਾਲ ਚਰਚਾ ਕਰਕੇ ਸਿਖਾਓ। ਤੁਸੀਂ ਇਹਨਾਂ ਨੂੰ ਆਪਣੇ ਘਰਾਂ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖਿਓ, ਤਾਂ ਜੋ ਜਿਵੇਂ ਧਰਤੀ ਉੱਤੇ ਆਕਾਸ਼ ਦੇ ਦਿਨ ਹਨ, ਤੁਹਾਡੇ ਦਿਨ ਅਤੇ ਤੁਹਾਡੇ ਬੱਚਿਆਂ ਦੇ ਦਿਨ ਉਸ ਭੂਮੀ ਉੱਤੇ ਵੱਧ ਜਾਣ ਜਿਹੜੀ ਯਹੋਵਾ ਨੇ ਤੁਹਾਡੇ ਪੇ ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ। ਆਮੇਨ। ਸੋ ਜਦੋਂ ਤੁਸੀਂ 11 ਚੈਪਟਰ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਕਿ ਪਰਮੇਸ਼ਵਰ ਕਹਿ ਰਿਹਾ ਆਉਣ ਵਾਲੀ ਪੀੜ੍ਹੀ ਨੂੰ ਦੱਸੋ, ਤੁਹਾਡੇ ਜਿਹੜੇ ਬੱਚੇ ਪੈਦਾ ਹੋਣੇ ਉਹਨਾਂ ਨੂੰ ਦੱਸੋ। ਆਮੇਨ। ਇਹ ਕੰਮ ਸਾਡੇ ਲਈ ਵੀ ਹੈ ਤਾਂ ਕਿ ਅਸੀਂ ਪੁਰਾਣੇ ਚਰਚੇ ਉਹਨਾਂ ਦੇ ਨਾਲ ਕਰੀਏ, ਪੁਰਾਣੀ ਜੋ ਸੇਵਕਾਈ ਮੈਸੇਜ ਦੀ ਚੱਲ ਰਹੀ ਹੁਣ ਤੱਕ ਕਿਵੇਂ ਇੱਥੇ ਤੱਕ ਵਧੀ ਹੈ, ਪਰਮੇਸ਼ਰ ਦੇ ਅਦਭੁਤ ਕੰਮਾਂ ਦਾ, ਉਹਦੇ ਚਮਤਕਾਰਾਂ ਦਾ, ਅਚੰਭਿਆਂ ਦਾ ਵਰਣਨ ਕਰਦੇ ਰਹੀਏ। ਹਾਲੇਲੂਇਆ। ਆਓ ਆਪਣੇ ਜੀਵਨਾਂ ਨੂੰ ਪਰਮੇਸ਼ਵਰ ਦੇ ਇਸ ਕੰਮ ਦੇ ਲਈ ਜੋ ਅੱਗੇ ਬੱਚਿਆਂ ਦੇ ਲਈ ਹੋਣਾ ਆ, ਬੱਚਿਆਂ ਦੇ ਰਾਹੀਂ ਹੋਣਾ ਆ, ਅਸੀਂ ਸੌਂਪ ਦਈਏ। ਆਪਣੇ ਜੀਵਨ ਅਸੀਂ
ਆਪਣੇ ਬੱਚਿਆਂ ਦੀ ਦੇਖਭਾਲ ਕਰਨ ਲਈ, ਆਪਣੇ ਬੱਚਿਆਂ ਦੀ ਮਸੀਹੀ ਪਰਵਰਿਸ਼ ਕਰਨ ਦੇ ਲਈ, ਆਪਣੇ ਬੱਚਿਆਂ ਨੂੰ ਮਸੀਹੀ ਚਾਲ ਢਾਲ ਦੇ ਵਿੱਚ ਢਾਲਣ ਦੇ ਲਈ ਆਪਣੇ ਜੀਵਨ ਸਮਰਪਿਤ ਕਰ ਦਈਏ, ਆਪਣੇ ਜੀਵਨ ਇਸ ਕੰਮ ਦੇ ਲਈ ਆਫਰ ਕਰ ਦਈਏ, ਇਹ ਜਾਣਦੇ ਹੋਏ ਕਿ ਅਗਲੀ ਪੀੜ੍ਹੀ ਦੇ ਵਿੱਚ ਜੋ ਸ਼ਾਨਦਾਰ ਲਹਿਰ ਚੱਲਣੀ ਆ ਉਹ ਇਹ ਸਾਡੇ ਬੱਚੇ ਹਨ। ਮੈਂ ਤੁਹਾਨੂੰ ਕਈ ਵਾਰੀ ਕਿਹਾ ਕਿ ਅਗਰ ਇਹ ਬੱਚਿਆਂ ਨੂੰ ਇਹ ਮਸੀਹੀ ਨਾ ਬਣਾ ਸਕੇ ਤਾਂ ਮਸੀਹਤ ਖਤਮ ਹੈ। ਬਹੁਤ ਵਾਰ ਮੈਨੂੰ ਸਮਝਿਆ ਜਾਂਦਾ ਕਿ ਬੱਚਿਆਂ ਨਾਲ ਸ਼ਾਇਦ ਮੈਂ ਪਿਆਰ ਨਹੀਂ ਕਰਦਾ, ਪਰ ਮੈਂ ਬੱਚਿਆਂ ਦਾ ਬਹੁਤ ਜ਼ਿਆਦਾ ਆਲੋਚਨਾ ਕਰਨ ਵਾਲਾ ਰਿਹਾ। ਜਿਹੜੇ ਸਹੀ ਨਹੀਂ ਉਹਨਾਂ ਨੂੰ ਸੁਧਾਰਦਾ, ਝਿੜਕਦਾ ਕਰਦਾ। ਮੇਰੇ ਦਿਲ 'ਚ ਇਹ ਰਹਿੰਦਾ ਕਿ ਅਗਰ ਇਹ ਬੱਚੇ ਬਚਾ ਲਏ ਅਸੀਂ ਤਾਂ ਮਸੀਹਤ ਬਚਾ ਲਈਏ। ਅੱਜ ਇੰਨਾ ਜ਼ਿਆਦਾ ਗਲਤ ਪ੍ਰਚਾਰ ਹੋ ਰਹੇ ਹਨ ਔਰ ਇੰਨੇ ਵੱਡੇ ਵੱਡੇ ਜੋ ਚਰਚਾਂ ਜਿੱਥੇ ਹਜ਼ਾਰਾਂ ਲੱਖਾਂ ਦੀਆਂ ਭੀੜਾਂ ਹਨ, ਵਚਨ ਦੇ ਤੋਂ ਬਿਲਕੁਲ ਉਹ ਦੂਰ ਆ। ਪਰ ਬੱਚਿਆਂ ਨੂੰ ਤੇ ਵਿਖਾਈ ਦੇ ਰਿਹਾ ਜੋ ਸ਼ੋਰ ਹੈ, ਰੌਲਾ ਆ, ਇਹ ਜਿਹੜੇ ਵੱਡੇ ਵੱਡੇ ਧਮਾਕੇ ਹਨ। ਪਰ ਆਓ ਇਹਨਾਂ ਦੇ ਅੰਦਰ ਅਸਲੀ ਮਸੀਹਤ ਨੂੰ ਭਰੀਏ, ਆਓ ਇਹਨਾਂ ਲਈ ਆਪਣੇ ਆਪ ਨੂੰ ਅਰਪਣ ਕਰੀਏ, ਸਮਰਪਿਤ ਕਰੀਏ। ਕਿਉਂਕਿ ਇਸ ਤਰ੍ਹਾਂ ਆ ਜਿੱਦਾਂ ਮੂਸਾ ਨੇ ਕੁਛ ਯਹੋਸ਼ੂ ਨੂੰ ਸੌਂਪ ਦਿੱਤਾ, ਯਹੋਸ਼ੂ ਨੇ ਕੁਛ ਅਗਲੀਆਂ ਪੀੜ੍ਹੀਆਂ ਨੂੰ ਸੌਂਪ ਦਿੱਤਾ। ਇਹ ਕੁਛ ਇਸੇ ਤਰ੍ਹਾਂ ਹੈ ਜਿਵੇਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕੰਮ ਸੌਂਪ ਦਿੱਤਾ। ਇਹ ਕੁਛ ਇਸ ਤਰ੍ਹਾਂ ਹੈ ਜੋ ਅਸੀਂ ਮਾਂ ਬਾਪ ਹਾਂ, ਅਸੀਂ ਇਹ ਕੰਮ ਆਪਣੇ ਬੱਚਿਆਂ ਨੂੰ ਸੌਂਪ ਦਿੰਦੇ ਹਾਂ। ਇਹ ਇੱਕ ਤੋਂ ਦੂਸਰੇ ਤੱਕ ਪੀੜ੍ਹੀ ਦਰ ਪੀੜ੍ਹੀ ਵਧਦਾ ਜਾਣਾ ਹੈ। ਜਿਵੇਂ ਕਿ ਭਾਈ ਬ੍ਰਾਹਮ ਨੇ ਕਿਹਾ, ਰਸੂਲਾਂ ਦੀ ਕਿਤਾਬ ਦਾ ਦੁਬਾਰਾ ਲਿਖੇ ਜਾਣਾ ਚੇਲਿਆਂ ਨੇ ਲਿਖੀ, ਆਮੀਨ। ਉਸ ਤੋਂ ਬਾਅਦ ਅਸੀਂ ਲਿਖਦੇ ਹਾਂ ਕਿਉਂਕਿ ਉਹਨਾਂ ਕੰਮਾਂ ਨੂੰ ਦੁਹਰਾਇਆ ਜਾਂਦਾ ਹੈ। ਔਰ ਮੈਂ ਇੱਕ ਜਗ੍ਹਾ ਇੱਥੇ ਸ਼ਾਇਦ ਪ੍ਰਚਾਰ ਕੀਤਾ ਸੀ ਕਿ ਸਾਡੇ ਕੰਮ ਸਾਡੇ ਬੱਚਿਆਂ ਨੇ ਦੁਹਰਾਉਣੇ ਹਨ, ਇਹ ਦੁਬਾਰਾ ਰਿਪੀਟ ਹੋਣੇ ਹਨ। ਹਾਲੇਲੂਇਆ। ਇਹ ਲਈ ਆਓ ਅਸੀਂ ਆਪਣੇ ਬੱਚਿਆਂ ਦੇ ਲਈ ਪ੍ਰਣ ਕਰੀਏ। ਔਰ ਹੁਣ ਮੈਂ ਬੱਚਿਆਂ ਨਾਲ ਗੱਲ ਕਰਨੀ ਚਾਹੁੰਦਾ ਹਾਂ ਕਿਉਂਕਿ ਸਾਡਾ ਵਿਸ਼ਾ ਆਪਣੇ ਬੱਚਿਆਂ ਦੇ ਲਈ ਪ੍ਰਚਾਰ ਹੈ, ਖਾਸ ਕਰਕੇ ਉਹਨਾਂ ਬੱਚਿਆਂ ਲਈ ਜੋ ਆਪਣੀ ਟੀਨ ਏਜ ਵਿੱਚ ਹੈ। ਟੀਨ ਏਜ ਹੁੰਦੀ ਕਿਸ਼ੋਰ ਅਵਸਥਾ। ਪ੍ਰਚਾਰ ਦਾ ਮੇਰਾ ਟਾਈਟਲ ਆ ਕਿਸ਼ੋਰ ਅਵਸਥਾ ਵਿੱਚ ਆਪਣੇ ਉਮਰ ਨੂੰ ਜਾਂ ਦਿਨਾਂ ਨੂੰ ਸੰਭਾਲਣਾ। ਹਾਲੇਲੂਇਆ। ਕਿਵੇਂ ਆ? ਇਹ ਇਸ ਤਰ੍ਹਾਂ ਆ, ਬੱਚੇ ਖਾਸ ਕਰਕੇ ਸੁਣਨ, ਕੋਈ ਵੀ ਬੱਚਾ ਨਾ ਛੱਡ ਜਾਵੇ। ਤੁਹਾਨੂੰ ਬਹੁਤ ਫਾਇਦਾ ਹੋਊਗਾ ਮਾਵਾਂ ਨੂੰ ਜੇ ਤੁਸੀਂ ਆਪਣੇ ਬੱਚਿਆਂ ਨੂੰ ਸੁਣਨ ਦਿਓਗੇ। ਇਹ ਸਾਰੇ ਪਾਸੇ ਨੂੰ ਮਦਦ ਕਰੇਗਾ, ਚਾਰੇ ਪਾਸੇ। ਹਾਲੇਲੂਇਆ। ਕਿਸ਼ੋਰ ਅਵਸਥਾ ਜਾਂ ਕਿਸ਼ੋਰ ਜਿਹੜੇ ਉਮਰ ਦੇ ਸਾਲ ਹਨ ਉਹ ਹਨ 13 ਤੋਂ ਲੈ ਕੇ 19 ਸਾਲ ਤੱਕ। 13 ਜਿਹ ਟੀਨ ਆਉਂਦਾ ਹੈ, 13 ਤੋਂ ਲੈ ਕੇ 19 ਸਾਲ ਤੱਕ, 12 ਸਾਲ ਤੱਕ। ਹਮੇं ਜਿਹੜਾ ਹੋ ਗਿਆ ਹੈ ਉਹਦਾ ਅੱਗੇ 13ਵਾਂ ਸਾਲ ਲੱਗਾ ਹੈ। ਠੀਕ ਹੈ। 13 ਤੋਂ ਲੈ ਕੇ 19 ਤੱਕ किशोर अवस्था है। बालक पाने बालक नूं ठीक राह सिखा। आमीन। और 20 साल की उम्र तक, ठीक है, ये तो पहला जिन्ने देने। आमीन। 13 तो 19 7 साल है। ये 7 साल जो ਹਨ ਸਾਡੀ ਮਨੁੱਖਤਾ ਦੇ ਮਨੁੱਖ ਦੇ ਲਈ, ਚਾਹੇ ਆਦਮੀ ਹੈ ਚਾਹੇ औरत है, बहुत ही महत्वपूर्ण दिन हैं। ये साल 7 साल बहुत ही खास और महत्वपूर्ण है। या ये जेड़े किशोर अवस्था दे साल हैं साडी सारी उम्र दे सुनहरे साल है। ये गोल्डन जीयर या मनुख दे। आमीन। ये साडे पूरे जीवन दे लई जिन्ना भी धरती दे उत्ते असीं जिउंदे हां,
ਸਭ ਤੋਂ ਵੱਧ ਮਹੱਤਵਪੂਰਨ ਇਹ 7 ਸਾਲ ਆ ਜਿਹਨੂੰ ਅਸੀਂ ਬਾਲਕ ਪੁਣੇ ਦੇ ਸਾਲ ਕਹਿੰਦੇ ਆ। ਆਮੇਨ। ਇਹ ਤੈਅ ਕਰਦੇ ਹਨ ਸਾਡੇ ਸਾਰੇ ਜੀਵਨ ਕਿ ਸਾਡਾ ਅਗਲਾ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ। ਪੂਰਾ ਜੀਵਨ ਸਾਡਾ ਟਿਕਿਆ ਹੋਇਆ ਹੈ ਇਹਨਾਂ 7 ਸਾਲਾਂ ਦੇ ਉੱਪਰ। ਆਮੇਨ। ਭਾਵੇਂ ਤੁਸੀਂ ਆਪਣੇ 12 ਸਾਲ ਤੱਕ ਇੰਨੀ ਉਮਰ ਤੱਕ ਜਿੰਨੇ ਮਰਜੀ ਸੁਸਤ ਰਹੇ ਹੋਵੋ, ਕਿੰਨੇ ਵੀ ਤੁਸੀਂ ਕੁਝ ਵੀ ਨਾ ਕਰਨ ਵਾਲੇ ਰਹੇ ਹੋਵੋ, ਲਾਪਰਵਾਹ ਰਹੇ ਹੋਵੋ, ਭਾਵੇਂ ਜਾਂ ਕੁਝ ਵੀ ਨਾ ਕੀਤਾ ਹੋਵੇ, ਇੱਥੋਂ ਤੱਕ ਕਿ ਭਾਵੇਂ 12 ਸਾਲ ਤੁਸੀਂ ਬੜੇ ਆਪਣੇ ਭੈੜੇ ਔਰ ਬੁਰੇ ਕੱਟੇ ਹੋਣ, ਕੁਝ ਵੀ ਨਾ ਕਰਕੇ, ਇਹਦਾ ਕੋਈ ਇੰਨਾ ਨੁਕਸਾਨ ਨਹੀਂ ਹੈ, ਕੋਈ ਨੁਕਸਾਨ ਨਹੀਂ ਹੈ। ਪਰ ਜੋ ਹੀ ਤੁਸੀਂ 13 ਤੇ ਪਹੁੰਚੇ ਔਰ ਉਸ ਤੋਂ ਬਾਅਦ ਤੁਸੀਂ 19 ਸਾਲ ਆਪਣੇ ਪੂਰੇ ਕਰ ਲਏ, 19ਵਾਂ ਸਾਲ ਵਿੱਚ ਪਹੁੰਚਦੇ ਆ, ਔਰ ਫਿਰ ਤੁਸੀਂ ਇਹੀ ਗਲਤੀਆਂ ਕਰਨੀਆਂ ਚਾਹੋ, ਔਰ ਫਿਰ ਤੁਸੀਂ ਉਦਾਂ ਦੇ ਸੁਸਤ ਜਾਂ ਲਾਚਾਰ ਜਾਂ ਢਿੱਲੇ ਬਣੇ ਰਹਿਣਾ ਚਾਹੋ, ਕੁਝ ਵੀ ਨਾ ਕਰੋ, ਇਹ ਤੁਹਾਡੇ ਪੂਰੇ ਜੀਵਨ ਨੂੰ ਬਰਬਾਦ ਕਰ ਦੇਵੇਗਾ। ਪੂਰਾ ਜੀਵਨ ਤੁਹਾਡਾ ਤਹਿਸ ਨਹਿਸ ਹੋ ਜਾਵੇਗਾ। ਭੈਣੋ ਭਰਾਵੋ, ਇਹਨਾਂ 7 ਕਿਸ਼ੋਰ ਅਵਸਥਾ ਦੇ ਸਾਲਾਂ ਦੇ ਦਰਮਿਆਨ ਤੁਸੀਂ ਕੋਈ ਵੀ ਗਲਤੀ ਨਹੀਂ ਕਰਨੀ ਹੈ। ਇਹ ਸਾਲਾਂ ਚੋਂ ਇੱਕ ਵੀ ਦਿਨ ਵਿਅਰਥ ਜਾਂ ਵੇਸਟ ਨਹੀਂ ਕਰਨਾ ਹੈ, ਬਿਲਕੁਲ ਵੀ ਨਹੀਂ। ਜੇ ਤੁਸੀਂ ਕਰੋਗੇ ਤਾਂ ਇਹ ਤੁਹਾਡੇ ਲਈ ਬੜਾ ਰਿਸਕੀ ਆ, ਬੁਰਾ ਹੋਵੇਗਾ, ਔਰ ਇਹ ਤੁਹਾਡੇ ਲਈ ਬੜਾ ਅੱਗੇ ਜਾ ਕੇ ਮੁਸ਼ਕਲ ਪੈਦਾ ਕਰੇਗਾ। ਸਮਝ ਲੱਗ ਗਈ ਇੰਨੀ? ਮੇਰੇ ਕਹਿਣ ਦਾ ਮਤਲਬ ਕਿ ਇੱਕ ਵੀ ਦਿਨ 13 ਤੇ ਜਦੋਂ ਤੁਸੀਂ ਪਹੁੰਚੇ ਆ, 19 ਸਾਲ ਤੱਕ ਜਿਨ੍ਹਾਂ ਨੇ ਪਹੁੰਚਣਾ ਹੈ ਉਹ ਵੀ ਸੁਣ ਲੈਣ ਹੁਣੇ, ਕਦੇ ਵੀ ਆਪਣੇ ਇਹਨਾਂ ਦਿਨਾਂ ਨੂੰ ਤੁਸੀਂ ਵੇਸਟ ਜਾਂ ਖਰਾਬ ਨਹੀਂ ਕਰਨਾ ਹੈ। ਇੱਕ ਦਿਨ ਵੀ ਨਹੀਂ, ਹਰੇਕ ਦਿਨ, ਹਰੇਕ ਘੰਟਾ ਜਾਂ ਮਿੰਟ ਜਾਂ ਸੈਕਿੰਡ ਬਹੁਤ ਤੁਹਾਡੇ ਲਈ ਮਹੱਤਵਪੂਰਨ ਹੈ। ਮੇਰਾ ਮਤਲਬ ਇਹ ਗਿਣਿਆ ਜਾਂਦਾ ਹੈ। 7 ਸਾਲ ਕੋਈ ਬਹੁਤ ਲੰਬੇ ਸਾਲ ਨਹੀਂ ਹਨ। 7 ਸਾਲ ਬਹੁਤ ਥੋੜਾ ਜਿਹਾ ਇੱਕ ਵਕਵਾ ਹੈ, ਬੜੀ ਹੀ ਛੇਤੀ ਗੁਜ਼ਰ ਜਾਣ ਵਾਲਾ ਇਹ ਸਮਾਂ ਹੈ। ਬਹੁਤ ਛੇਤੀ ਇਹ ਤੁਹਾਡੇ ਟੀਨ ਏਜ ਦੇ ਸਾਲ, ਬਾਲਕ ਪੁਣੇ ਦੇ ਜਾਂ ਕਿਸ਼ੋਰ ਅਵਸਥਾ ਦੇ ਬੀਤ ਜਾਣਗੇ, ਪਤਾ ਵੀ ਨਹੀਂ ਲੱਗੇਗਾ। ਪਰ ਜੇ ਤੁਸੀਂ ਇਹਨਾਂ ਸਾਲਾਂ ਦੇ ਵਿੱਚ ਆਪਣੇ ਆਪ ਨੂੰ ਨਾ ਬਣਾਇਆ, ਆਪਣੀ ਇੱਕ ਮਜ਼ਬੂਤ ਨੀਂਹ ਨਾ ਰੱਖੀ, ਤਾਂ ਤੁਸੀਂ ਸਮਾਪਤ ਆ, ਖਤਮ ਹੈ ਜ਼ਿੰਦਗੀ ਭਰ ਦੇ ਲਈ। ਠੀਕ ਹੈ? ਬਹੁਤ ਗੱਲਾਂ ਇੱਥੇ ਕੀਤੀਆਂ ਜਾ ਸਕਦੀਆਂ ਹਨ। ਪੜ੍ਹਾਈ ਲਿਖਾਈ ਦੇ ਵਿੱਚ ਵੀ ਇਸੇ ਤਰ੍ਹਾਂ ਹੈ। ਅਗਰ ਭੈਣੋ ਭਰਾਵੋ ਇਹਨਾਂ 7 ਸਾਲਾਂ ਚ ਤੁਸੀਂ ਵਧੀਆ ਪੜ੍ਹਾਈ ਨਹੀਂ ਕੀਤੀ ਜਾਂ ਵਧੀਆ ਨਹੀਂ ਪੜ੍ਹ ਸਕੇ ਤੁਸੀਂ, ਔਰ ਤੁਸੀਂ ਆਪਣੀ ਪੜ੍ਹਾਈ ਦੀ ਵਧੀਆ ਨੀਂਹ ਨਹੀਂ ਰੱਖੀ 13 ਤੋਂ 19 ਸਾਲ ਦੇ ਵਿੱਚ, ਤਾਂ ਫਿਰ ਤੁਹਾਡਾ ਜੋ ਮਨੁੱਖੀ ਜੀਵਨ ਹੈ, ਖਾਸ ਕਰਕੇ ਤੁਹਾਡੀ ਪੜ੍ਹਾਈ ਲਿਖਾਈ ਦਾ, ਵਧੀਆ ਨਹੀਂ ਹੋਵੇਗਾ। ਜਦੋਂ ਇਹ ਵਧੀਆ ਨਹੀਂ ਰੱਖ ਹੋਇਆ ਨੀਂਹ ਪੜ੍ਹਾਈ ਦੀ ਵਧੀਆ, ਤਾਂ ਇਹ ਤੁਹਾਡੇ ਪੂਰੇ ਜੀਵਨ ਨੂੰ ਪ੍ਰਭਾਵਿਤ ਕਰੇਗਾ। ਤੁਸੀਂ ਵਧੀਆ ਪੜ੍ਹੇ ਨਹੀਂ, ਤੁਹਾਡੇ ਕੋਲ ਵਧੀਆ ਕੰਮ ਨਹੀਂ, ਤੁਹਾਡੇ ਕੋਲ ਜ਼ਿਆਦਾ ਨੌਲੇਜ ਨਹੀਂ ਪੜ੍ਹਾਈ ਕਰਕੇ, ਤੁਸੀਂ ਸਾਰੇ ਪਾਸਿਆਂ ਤੋਂ ਫਿਰ ਰਹਿ ਕੇ, ਜੇ ਤੁਸੀਂ ਸਕੂਲ 'ਚ ਫੇਲ ਹੋ ਜਾਂਦੇ ਆ, ਅਸਫਲ ਹੋ ਜਾਂਦੇ ਆ, ਦੁਬਾਰਾ ਕਰਨਾ ਔਖਾ ਹੋਵੇਗਾ। ਇੱਥੋਂ ਤੱਕ ਕਿ ਜੇ ਤੁਸੀਂ ਦੁਬਾਰਾ ਕਰਨਾ ਵੀ ਚਾਹੋ, ਕੋਸ਼ਿਸ਼ ਵੀ ਕਰੋ, ਤਾਂ ਔਖਾ ਹੋਵੇਗਾ, ਕਿਉਂਕਿ ਤੁਹਾਡੇ 18 ਏਜ ਦੇ ਸਾਲ, ਕਿਸ਼ੋਰ ਅਵਸਥਾ ਦੇ ਸਾਲ ਬੀਤ ਚੁੱਕੇ ਹੋਣਗੇ। ਤੁਹਾਡੀ ਉਮਰ ਕਿਸੇ ਹੋਰ ਪੜਾਵ 'ਚ ਹੋਵੇਗੀ। ਉੱਥੇ ਤੁਹਾਡੀਆਂ ਭਾਵਨਾਵਾਂ, ਤੁਹਾਡਾ ਅੰਦਰ ਜੋ ਹਾਰਮੋਨ ਹੈ, ਤੁਹਾਡੀ ਜੋ ਬਣਤਰ ਹੈ, ਉਹਦੇ ਹਿਸਾਬ ਦੇ ਨਾਲ ਕੋਈ ਹੋਰ ਕਿਰਿਆਵਾਂ ਹੋਣਗੀਆਂ, ਕੋਈ ਹੋਰ ਤਰ੍ਹਾਂ
ਜਿਹੜੀ ਚੇਂਜ ਆਉਂਦੀ ਹੈ ਸਰੀਰ ਦੇ ਵਿੱਚ। ਸਮਝ ਰਹੇ ਸਾਰੇ? ਭੈਣਾਂ ਵੀ ਸੁਣ ਰਹੀਆਂ? ਆਮੇਨ, ਹਾਲੇਲੂਇਆ। ਤਾਂ ਤੁਹਾਨੂੰ ਫੇਰ ਨਾ 7 ਸਾਲਾਂ ਦੇ ਵਿੱਚ ਹੀ ਕਰਨਾ ਪੈਣਾ ਹੈ, ਜੋ ਵੀ ਤੁਹਾਡੇ ਪੂਰੇ ਜੀਵਨ ਨੂੰ ਤੈਅ ਕਰੇਗਾ, ਇੱਕ ਵਧੀਆ ਨੀਂਹ ਰੱਖੇਗਾ। ਇਹ ਯਾਦ ਰੱਖੋ ਕਿ ਇਹ ਕਿਸ਼ੋਰ ਅਵਸਥਾ ਦੇ ਸਾਲ ਤੁਹਾਡੇ ਜੀਵਨ ਦੇ ਸੁਨਹਿਰੀ ਸਾਲ ਹਨ। ਹਰ ਤਰ੍ਹਾਂ ਮੈਂ ਦੱਸਿਆ, ਪੜ੍ਹਾਈ ਦੇ ਵਿੱਚ ਮੈਂ ਦੱਸਿਆ, ਜੀਵਨ 'ਚ ਸਫਲ ਹੋਣ ਲਈ ਮੈਂ ਦੱਸਿਆ, ਹਰ ਤਰ੍ਹਾਂ ਇਹਨਾਂ ਸਾਲਾਂ ਦੇ ਵਿੱਚ ਨੀਂਵ ਰੱਖ ਹੋ ਜਾਣੀ ਚਾਹੀਦੀ, ਇੱਕ ਵਧੀਆ ਮਜ਼ਬੂਤ ਨੀਂਵ। ਆਮੇਨ, ਹਾਲੇਲੂਇਆ। ਮੈਂ ਆਪਣੇ ਜੀਵਨ ਦੇ ਵਿੱਚ ਨੋਟ ਕੀਤਾ ਕਿ ਕੁਝ ਬੱਚੇ ਹਨ, ਉਹ 20-20 ਸਾਲ ਦੇ ਹੋ ਗਏ ਜਾਂ ਇਹਦੇ ਲਾਗੇ ਪਹੁੰਚ ਚੁੱਕੇ ਹਨ। ਉਹਨਾਂ ਨੂੰ ਇੰਨੀ ਜ਼ਿਆਦਾ ਸਮਝ ਨਹੀਂ ਹੈ, ਇੰਨੀ ਜ਼ਿਆਦਾ ਜ਼ਿੰਮੇਵਾਰੀ ਨਹੀਂ ਆ, ਇੰਨਾ ਜ਼ਿਆਦਾ ਉਹਨਾਂ ਨੂੰ ਸਮਾਜ ਦਾ ਸਭ ਚੀਜ਼ਾਂ ਦਾ ਪਤਾ ਨਹੀਂ ਹੈ। ਉਹ ਬੱਚੇ ਹਨ ਜਿਨ੍ਹਾਂ ਨੂੰ ਸਾਰੀਆਂ ਸਹੂਲਤਾਂ ਹਨ ਘਰ 'ਚ, ਕੋਈ ਕੰਮ ਨਹੀਂ ਕਰਦੇ ਕਿਉਂਕਿ ਘਰ ਸਾਰਾ ਮਿਲ ਰਿਹਾ ਉਹਨਾਂ ਨੂੰ। ਨਾ ਕਦੀ ਉਹਨਾਂ ਨੂੰ ਔਖੇ ਹੋ ਕੇ ਕੋਈ ਲੇਬਰ ਕਰਨੀ ਪਈ, ਨਾ ਉਹਨਾਂ ਨੂੰ ਕਿਤਾਬਾਂ ਲੈ ਕੇ ਦਿਨ ਉਡੀਕਣਾ ਪਿਆ, ਨਾ ਉਹਨਾਂ ਨੂੰ ਜੁੱਤੀਆਂ ਦੇ ਲਈ ਇਹ ਆ ਕਿਉਂਕਿ ਬੂਟ ਕਈ ਪਏ, ਉਹ ਤਾਂ ਸੋਚਦੇ ਆ ਕਿ ਕਿਹੜੇ ਪਾਈਏ। ਮੈਨੂੰ ਯਾਦ ਆ ਕਿ ਸਾਨੂੰ ਸਿਆਲ ਦੀ ਉਡੀਕੀ ਦੇ ਸੀ, ਥੋੜੇ ਬਹੁਤੇ ਲੰਘਣ ਤੇ ਹੁੰਦੇ ਜਦੋਂ ਜੁੱਤੀਆਂ ਮਿਲਦੀਆਂ ਸੀ। ਉਹਨੇ ਸਬਰ, ਧੀਰਜ ਔਰ ਕਈ ਕੁਝ ਤੁਹਾਡੇ ਅੰਦਰ ਪੈਦਾ ਕਰਦਾ ਹੈ। ਪਰ ਇਹਦੇ ਉਲਟ ਮੈਂ ਦੂਜੇ ਬੱਚਿਆਂ ਨੂੰ ਦੇਖਿਆ ਜੋ ਛੋਟੀ ਉਮਰ 'ਚ ਹਨ, ਲੋੜਾਂ ਉਹਨਾਂ ਦੀਆਂ ਪੂਰੀਆਂ ਨਹੀਂ ਹਨ, ਉਹ ਕੰਮਾਂ ਤੇ ਜਾ ਰਹੇ ਹਨ ਜਾਂ ਮਾਂ-ਬਾਪ ਨਾਲ ਹੱਥ ਵਟਾਉਂਦੇ ਕੰਮਾਂ 'ਚ, ਉਹ ਬੜੇ ਮੈਚੁਰ ਹੋ ਗਏ। ਉਹ 17-18 ਸਾਲ 'ਚ ਹੀ ਇੱਕ ਮੈਚੁਰ ਜਿੱਦਾਂ ਬੰਦਾ ਮੰਨਦਾ 30-35 ਸਾਲ 'ਚ ਇਦਾਂ ਬਣ ਗਏ। ਤਾਂ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਆਪਾਂ ਨੂੰ ਜ਼ਿੰਮੇਵਾਰੀਆਂ ਪਾਉਣੇ ਚਾਹੀਦੀਆਂ ਹਨ। ਆਮੇਨ। ਛੋਟੇ ਬੱਚੇ ਹਨ, ਚਰਚੇ ਅਸੀਂ ਬਣਾਉਣਾ ਸ਼ੁਰੂ ਕੀਤਾ, ਸਾਡੇ ਬੱਚੇ ਹਨ, ਇਹਨਾਂ ਨੇ ਕਦੀ ਕੰਮ ਨਹੀਂ ਕੀਤਾ, ਪਰ ਅਸੀਂ ਉੱਥੇ ਦੇਖਿਆ ਸੀਮਟ ਦੇ ਵੱਡੇ ਲੋਹਾਂਡੇ ਚੁੱਕ ਰਹੇ, ਕਈ ਦੇ ਨਾਲ ਕੰਮ ਕਰ ਰਹੇ, ਬਹੁਤ ਜ਼ਿਆਦਾ ਇੱਟਾਂ ਭਾਰੀਆਂ ਜ਼ਿਆਦਾ ਚੁੱਕਦੇ ਆ। ਅਸੀਂ ਰੋਕਿਆ ਨਹੀਂ, ਅਸੀਂ ਕਿਹਾ ਕਿ ਜ਼ਿਆਦਾ ਕਰਨ ਦਿਓ। ਔਰ ਆਪਸ 'ਚ ਕਿਹਾ, ਮੈਂ ਭਾਈਆਂ ਨੂੰ ਕਿਹਾ, ਬੱਚਿਆਂ ਨੂੰ ਵੀ ਕਿਹਾ, ਕਈਆਂ ਨੂੰ, ਕਿ ਇਹ ਜੋ ਹੋ ਰਿਹਾ ਆ ਇਹਨੇ ਤੁਹਾਡੇ ਪੂਰੇ ਜੀਵਨ ਨੂੰ ਬਣਾਉਣਾ ਹੈ। ਤੁਸੀਂ ਸਖਤ ਮਿਹਨਤ ਕਰਨਾ ਸਿੱਖ ਰਹੇ ਆ, ਤੁਸੀਂ ਔਖਾ ਕੰਮ ਕਰ ਰਹੇ ਹੋ, ਇਹਨੇ ਤੁਹਾਨੂੰ ਬੰਦੇ ਬਣਾਉਣਾ ਹੈ। ਤੁਸੀਂ ਵੀ ਜੋ ਮਾਵਾਂ ਹਨ, ਜੋ ਬਾਪ ਹੋ, ਡਰੋ ਨਾ ਕਿ ਬੱਚਿਆਂ ਨੂੰ ਔਖਾ ਕੰਮ ਨਾ ਕਰਵਾਈਏ, ਇਹਨਾਂ ਨੂੰ ਦਿਓ ਕੰਮ। ਆਮੇਨ। ਇਹਨਾਂ ਤੇ ਜੋ ਵੱਡੇ ਹੋ ਰਹੇ ਜ਼ਿੰਮੇਵਾਰੀਆਂ ਸੁੱਟਣੀਆਂ ਥੋੜੀਆਂ ਚਾਲੂ ਕਰੋ, ਇਹਦੇ ਨਾਲ ਤੁਸੀਂ ਇਹਨਾਂ ਨੂੰ ਬਚਾ ਲਓਗੇ। ਇਹ ਇੱਕ ਟ੍ਰੇਨਿੰਗ ਹੈ। ਤবে ਦੇਖਿਆ ਕਿ ਜਿਹੜੇ ਕੰਮ ਕਰਦੇ ਹਨ, ਮਿਹਨਤ ਕਰਦੇ ਹਨ, ਜ਼ਿੰਮੇਵਾਰੀਆਂ ਚਾਹਨ, ਉਹ ਛੋਟੀ ਉਮਰ ਦੇ ਵਿੱਚ ਹੀ ਪੱਕੀ ਉਹਨਾਂ ਦੀ ਨੀਂਹ ਇੱਕ ਰੱਖ ਹੋ ਗਈ ਆ ਅਗਲੇ ਥਪੇੜੇ ਚੱਲਣ ਲਈ, ਜ਼ਿੰਦਗੀ ਭਰ ਦੇ ਦੁੱਖਾਂ ਦਾ ਜਾਂ ਕਸ਼ਟਾਂ ਦਾ ਸਾਹਮਣਾ ਕਰਨ ਦੇ ਲਈ। ਹਾਲੇਲੂਇਆ। ਤਾਂ ਅਸੀਂ ਦੇਖਦੇ ਕਿ ਕੁਝ ਵੀ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ, ਖਾਸ ਕਰਕੇ ਮੈਂ ਇਹ ਕਹਿ ਰਿਹਾ, ਅਗਰ ਤੁਸੀਂ ਵਧੀਆ ਆਪਣੀ ਸਿਹਤ ਹੀ ਬਣਾਉਣੀ ਹੈ, ਵੀ ਤੁਸੀਂ ਬਿਮਾਰ ਨਾ ਹੋਵੋ ਛੇਤੀ, ਤੁਹਾਡੀ ਲੰਬੀ ਉਮਰ ਹੋਵੇ, ਤੁਸੀਂ ਸਿਹਤਮੰਦ ਰਹੋ, ਉਹਦੇ ਲਈ ਵੀ ਇਹੀ ਸਾਲ ਹੈ। ਇਹਨਾਂ ਸਾਲਾਂ ਦੇ ਵਿੱਚ ਹੀ ਖਰਾਬ ਹੁੰਦਾ ਆ ਖਾਣਾ ਪੀਣਾ ਦੀਆਂ ਆਦਤਾਂ, ਸਭ ਚੀਜ਼ਾਂ, ਔਰ ਇਹਦੇ ਵਿੱਚ ਹੀ ਤੁਸੀਂ ਸੈੱਟ ਵੀ ਕਰ ਸਕਦੇ ਹੋ ਇਹਨਾਂ 7 ਸਾਲਾਂ ਦੇ ਵਿੱਚ। ਆਮੇਨ। ਦੇਖੋ, ਜੇ ਤੁਸੀਂ ਇਹਦੇ ਵਿੱਚ ਆਪਣਾ ਧਿਆਨ ਨਾ ਰੱਖਿਆ, ਇਹਦੇ ਵਿੱਚ ਵਧੀਆ ਖਾਣਾ ਪੀਣਾ ਜਾਂ ਸਿਹਤ ਦਾ ਠੀਕ ਨਾ ਰੱਖਿਆ, ਤਾਂ 19 ਸਾਲ ਤੋਂ ਬਾਅਦ ਤੁਸੀਂ ਕਮਜ਼ੋਰ ਹੋਵੋਗੇ, ਤੁਸੀਂ ਮਜ਼ਬੂਤ ਨਹੀਂ ਹੋਵੋਗੇ, ਤੁਸੀਂ ਇੰਨੇ ਤਕੜੇ ਨਹੀਂ ਹੋਵੋਗੇ, ਤੁਸੀਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਇੰਨੇ ਜ਼ਿਆਦਾ ਪਰਿਪੱਕਵ ਜਾਂ ਮੈਚੁਰ ਨਹੀਂ ਹੋਵੋਗੇ, ਕਿਉਂਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਿਆ,
ਤੁਸੀਂ ਪੜ੍ਹਾਈ ਦੇ ਵਿੱਚ ਬੇਪਰਵਾਹ ਰਹੇ, ਉੱਥੇ ਸਫਲ ਹੋ ਗਏ, ਕਿਸੇ ਪਾਸੇ ਨੂੰ ਮਿਲਾ ਲਓ ਇਹਨੂੰ। ਜੇ ਤੁਸੀਂ ਇੱਕ ਵਧੀਆ ਸਿਹਤ ਚਾਹੁੰਦੇ ਹੋ, ਕਿਉਂਕਿ ਇਹਨਾਂ ਦਿਨਾਂ ਲਈ ਭਵਿੱਖਬਾਣੀ ਹੈ, ਜਿਨ੍ਹਾਂ ਦਿਨਾਂ 'ਚ ਅਸੀਂ ਰਹਿ ਰਹੇ ਹਾਂ, ਬੱਚੇ ਪੈਦਾ ਹੋਣੋਂ ਹਟ ਜਾਣੇ। ਵੈਕਸੀਨ ਵੀ ਇਸੇ ਦਿਸ਼ਾ 'ਚ ਕੰਮ ਕਰ ਰਹੀ ਹੈ, ਜੋ ਟੀਕੇ ਲਗਾਏ ਜਾ ਰਹੇ। ਅਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ। ਸਾਨੂੰ ਅੱਗੇ ਬੱਚੇ ਚਾਹੀਦੇ ਹਨ, ਪੀੜ੍ਹੀਆਂ ਚਾਹੀਦੀਆਂ ਹਨ, ਜਦ ਤੱਕ ਪ੍ਰਭੂ ਨਹੀਂ ਆਉਂਦਾ ਉਹਦਾ ਕੰਮ ਕਰਨ ਦੇ ਲਈ। ਸੋ ਬੱਚੇ ਪੈਦਾ ਹੋਣ ਦੇ ਲਈ ਭੈਣਾਂ ਦੀ, ਭਾਈਆਂ ਦੀ, ਸਭ ਦੀ ਸਿਹਤ ਵਧੀਆ ਹੋਣੀ ਜ਼ਰੂਰੀ ਹੈ। ਪਰ ਇਹ ਕਦੋਂ ਤੈਅ ਕਰਦਾ? ਸਾਡੇ ਇਹਨਾਂ ਦਿਨਾਂ ਦੇ ਵਿੱਚ ਹੀ। ਹਾਲੇਲੂਇਆ। ਸੋ ਜੇ ਤੁਹਾਡਾ ਵਧੀਆ ਸਿਹਤ ਔਰ ਵਧੀਆ ਬੋਡੀ ਆ, ਆਮੇਨ, ਤਾਂ ਤੁਸੀਂ ਜ਼ਰੂਰ ਇਹਨੂੰ ਆਪਣੇ ਇਹਨਾਂ ਸੁਨਹਿਰੀ ਸਾਲਾਂ ਦੇ ਵਿੱਚ ਹੀ ਕਰ ਸਕਦੇ ਹੋ, ਔਰ ਇਹਨਾਂ ਦੇ ਵਿੱਚ ਹੀ ਕਰਨਾ ਹੈ। ਹਾਲੇਲੂਇਆ। ਇਹਨਾਂ ਸੁਨਹਿਰੀ ਸਾਲਾਂ 'ਚ 13 ਤੋਂ ਲੈ ਕੇ 19 ਸਾਲ ਤੱਕ ਤੁਸੀਂ ਬਿਜੀ ਰਹਿਣਾ ਹੈ, ਵਿਅਸਤ ਰਹਿਣਾ ਹੈ, ਵੇਸਟ ਨਹੀਂ ਕਰਨਾ। ਐਕਸਰਸਾਈਜ਼ ਵੀ ਕਰ ਸਕਦੇ ਹੋ, ਤੁਸੀਂ ਦੌੜ ਲਗਾ ਸਕਦੇ ਹੋ, ਤੁਸੀਂ ਬਹੁਤ ਕੁਝ ਸਿਹਤ ਨੂੰ ਠੀਕ ਕਰਨ ਲਈ ਕਰ ਸਕਦੇ ਹੋ, ਤੁਸੀਂ ਸਾਈਕਲ ਚਲਾ ਸਕਦੇ ਹੋ। ਨਹੀਂ ਤਾਂ ਫਿਰ ਕੀ ਹੋਵੇਗਾ? ਤੁਸੀਂ ਪੁਲਿਸ 'ਚ ਭਰਤੀ ਹੋਣ ਗਏ, ਤੁਹਾਡੇ ਕੋਲ ਦੌੜ ਨਹੀਂ ਹੁੰਦਾ, ਉੱਥੇ ਤੁਸੀਂ ਫੇਲ ਹੋ ਗਏ। ਉਹ ਦੇਖਦੇ ਕਿ ਤੁਹਾਡੀ ਤਾਂ ਹਾਈਟ ਹੀ ਬੜੀ ਛੋਟੇ ਰਹਿ ਗਏ, ਤੁਸੀਂ, ਤੁਹਾਡਾ ਤਾਂ ਵੇਟ ਹੀ ਬਹੁਤ ਜ਼ਿਆਦਾ ਆ, ਭਾਰ ਬਹੁਤ। ਅੱਜ ਕੱਲ ਭਾਰ ਵੱਧਦਾ ਜ਼ਿਆਦਾ, ਘੱਟ ਹੀ ਲੋਕਾਂ ਦਾ, ਜਾਂ ਭਾਰ ਘੱਟ ਆ। ਤੁਸੀਂ ਫੌਜ 'ਚ ਹੋਣਾ ਚਾਹੁੰਦੇ ਆ, ਜਾਂ ਤੁਸੀਂ ਕਿਸੇ ਕਈ ਮੈਡੀਕਲ ਹਸਪੀਟਲ ਹਨ, ਜਾਂ ਤੁਸੀਂ ਕਈ ਕੋਰਸ ਇਦਾਂ ਦੇ ਕਰਨਾ ਚਾਹੁੰਦੇ ਹੋ ਜਿੱਥੇ ਸਿਹਤ ਦੇਖੀ ਜਾਂਦੀ। ਇਹਦਾ ਮਤਲਬ ਤੁਸੀਂ ਸਾਰਾ ਕੈਰੀਅਰ ਆਪਣਾ ਖਰਾਬ ਕਰ ਲਿਆ ਨੌਕਰੀਆਂ ਦੇ ਲਈ, ਦੌੜ ਨਹੀਂ ਹੋ ਰਿਹਾ, ਕਿਉਂਕਿ ਉਹ ਪਹਿਲੇ ਕਹਿ ਰਹੇ ਦੌੜਾਂ ਲੱਗਦੀਆਂ, ਜੰਪ ਲੱਗਦੇ ਕਿਤੇ ਵੀ ਭਰਤੀ ਹੋਣ ਲਈ, ਜਾਂ ਕਈ ਕਾਲਜਾਂ 'ਚ, ਜਾਂ ਬੜੇ ਸਟੈਂਡਰਡ ਦੇ ਆ ਜਿੱਥੇ ਕੋਈ ਹੋਰ ਕੋਈ ਡਿਗਰੀਆਂ ਕਰਨਾ ਚਾਹੁੰਦੇ ਹੋ, ਸਿਹਤ ਦੇਖੀ ਜਾਂਦੀ ਹੈ। ਮੈਡੀਕਲ ਜੋ ਹਨ ਸਰਟੀਫਿਕੇਟ ਦੇਖੇ ਜਾਂਦੇ ਆ। ਤਾਂ ਤੁਸੀਂ ਇਹਨਾਂ ਆਪਣੇ ਸੁਨਹਿਰੀ ਸਾਲਾਂ 'ਚ ਜਿੱਥੇ ਤੁਸੀਂ ਥੱਕਣਾ ਹੀ ਨਹੀਂ, ਇਹ 'ਚ ਥੱਕਦਾ ਨਹੀਂ ਬੰਦਾ। ਜਿੰਨੀ ਮਰਜ਼ੀ ਐਕਸਰਸਾਈਜ਼ ਕਰੋ, ਜਿੰਨੀਆਂ ਮਰਜ਼ੀ ਛਾਲਾਂ ਮਾਰੋ, ਜਿੰਨਾ ਮਰਜ਼ੀ ਨੱਚੋ ਟੱਪੋ, ਜਿੰਨਾ ਮਰਜ਼ੀ ਸਾਈਕਲਿੰਗ ਕਰੋ, ਸਾਈਕਲ ਚਲਾਓ, ਸਭ ਕੁਝ ਕਰੋ, ਇਹ ਤੁਹਾਡੇ ਆਉਣ ਵਾਲੇ ਉਮਰ ਦੇ ਪੂਰੇ ਸਾਲਾਂ ਨੂੰ ਤੈਅ ਕਰੇਗਾ। ਇਹ ਤੁਹਾਡੀ ਸਿਹਤ ਦੀ ਇੱਕ ਵਧੀਆ ਨੀਂਹ ਰੱਖੇਗਾ। ਔਰ ਇਹਦੇ ਨਾਲ ਤੁਸੀਂ ਪੜੋ, ਰਾਤ ਦਿਨ ਪੜੋ, ਔਰ ਤੁਸੀਂ ਪੜ੍ਹਾਈ ਕਰਦੇ ਹੋ, ਹਾਲੇਲੂਇਆ, ਤੁਸੀਂ ਵਧੀਆ ਅੰਕ ਪ੍ਰਾਪਤ ਕਰੋਗੇ। ਇਹ ਤੁਹਾਡੀ ਪੂਰੀ ਉਮਰ ਦੇ ਸਾਲਾਂ ਨੂੰ ਤੈਅ ਕਰਨਗੇ। 7 ਸਾਲ। ਹਾਲੇਲੂਇਆ। ਸਮਝ ਲੱਗ ਗਈ ਇੰਨੀ? ਹਾਲੇਲੂਇਆ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਨਹੀਂ ਤਾਂ ਚੈੱਕ ਕਰਨਗੇ, ਤੁਹਾਨੂੰ ਕਹਿਣਗੇ ਤਾਂ ਬਿਮਾਰ ਆ, ਸਿਹਤ ਠੀਕ ਨਹੀਂ, ਇਹ ਚਤੇ ਨੁਕਸ ਆ। ਜੇ ਤੁਸੀਂ ਕਦੀ ਕੋਈ ਐਕਸਰਸਾਈਜ਼ ਨਹੀਂ ਕੀਤੀ, ਜੇ ਤੁਸੀਂ ਇਹਨਾਂ ਸਾਲਾਂ 'ਚ ਕਦੀ ਦੌੜੇ ਭੱਜੇ ਨਹੀਂ, ਕੁਛ ਵੀ ਨਹੀਂ ਕੀਤਾ, ਤਾਂ ਕੋਈ ਖੇਡਾਂ ਨਹੀਂ ਖੇਡੀਆਂ, ਸਪੋਰਟ ਚਾਹੀਦੀ, ਕੋਈ ਨਾ ਕੋਈ ਖੇਡਣਾ ਚਾਹੀਦਾ, ਤਾਂ ਭਾਵੇਂ ਤੁਸੀਂ ਫਸਟ ਕਲਾਸ ਦੇ ਵਿੱਚ ਵੀ ਪਾਸ ਹੋਏ ਹੋਵੋ, ਔਰ ਤੁਹਾਡਾ ਗ੍ਰੇਡ ਜਿਹੜਾ ਆ ਇਹ ਏ ਹੋਵੇ, ਏ ਗ੍ਰੇਡ ਪੁਆਇੰਟ ਜਿਹੜੀ ਉਹਦੀ ਐਵਰੇਜ ਏ ਹੋਵੇ, ਇਹਦੇ ਬਾਵਜੂਦ ਤੁਸੀਂ ਫੇਲ ਆ, ਕਿਉਂਕਿ ਤੁਸੀਂ ਕਿਸੇ ਹੋਰ ਪਾਸੇ ਤੋਂ ਫੇਲ ਹੋਏ, ਸਿਹਤ ਪੱਕੋ ਜਾਂ ਕਿਸੇ ਪਾਸੇ। ਤੁਹਾਡੇ ਮਨੁੱਖੀ ਜੀਵਨ 'ਚ ਮੈਂ ਇਹ ਦੱਸ ਰਿਹਾ, ਬਹੁਤ ਸਾਰੇ ਪਹਿਲੂ ਹਨ, ਬਹੁਤ ਸਾਰੇ ਵੱਖ-ਵੱਖ ਪੜਾਵ ਹਨ। ਪੜ੍ਹਾਈ ਹੈ, ਸਿਹਤ ਹੈ, ਤੁਹਾਡਾ ਆਪਣਾ ਸਰੀਰ ਹੈ, ਨੈਤਿਕਤਾ ਹੈ, ਔਰ ਪਰਮੇਸ਼ਵਰ ਦੇ ਨਾਲ ਸੰਬੰਧ ਹੈ। ਇਹਨਾਂ ਸਭ ਚੀਜ਼ਾਂ ਤੋਂ ਵੱਧ ਕੇ, ਸਿਹਤ ਤੋਂ ਵੱਧ ਕੇ, ਨੈਤਿਕਤਾ ਤੋਂ ਵੱਧ ਕੇ, ਔਰ ਦੂਜੀਆਂ ਸਭ ਚੀਜ਼ਾਂ ਤੋਂ ਵੱਧ ਕੇ ਸਭ ਤੋਂ ਉੱਪਰ ਹੈ ਪਹਿਲਾ ਸਥਾਨ ਤੁਹਾਡਾ ਪਰਮੇਸ਼ਵਰ ਦੇ ਨਾਲ ਸੰਬੰਧ। ਹਾਲੇਲੂਇਆ। ਔਰ ਤੁਹਾਡਾ ਪਰਮੇਸ਼ਵਰ ਦੇ ਨਾਲ ਸੰਬੰਧ ਕਿੰਨਾ ਗਹਿਰਾ ਆ, ਇਹ ਤੈਅ ਕਰਨਗੇ ਤੁਹਾਡੇ 7 ਸਾਲ।
और जे तेरा दिल च परमेश्वर ले गहरा नहीं जा सके, स्टडी नहीं कर सके, बाइबल नहीं पढ़ सके, परमेश्वर की भाल नहीं कर सके, तो अगले दिनों के लिए भुल जाओ, ये नहीं हो सकेगा। यही साल है 13 ਤੋਂ 19 तक ने, और बच्चे बैठे हैं, आमीन, और ये जरूर इन्हां दे जीवनां च कोई काम करेगा, आमीन, हालेलुया। ਇਹ ਸੰਬੰਧ ਪਰਮੇਸ਼ਵਰ ਦੇ ਨਾਲ ਗਹਿਰਾ ਡੂੰਘਾ ਬਣਾਇਆ ਜਾ ਸਕਦਾ ਇਹਨਾਂ ਸਾਲਾਂ ਦੇ ਵਿੱਚ ਹੀ। ਤੁਸੀਂ ਆਪਣੇ ਪ੍ਰਭੂ ਨੂੰ ਪਿਆਰ ਕਰਨਾ ਹੈ, ਤੁਸੀਂ ਆਪਣੇ ਪ੍ਰਭੂ ਦੀ ਭਾਲ ਕਰਨੀ ਹੈ, ਤੁਸੀਂ ਪਰਮੇਸ਼ਵਰ ਦਾ ਪਿੱਛਾ ਕਰਨਾ ਹੈ, ਖਾਸ ਕਰਕੇ ਇਹਨਾਂ 7 ਸਾਲਾਂ ਦੇ ਵਿੱਚ, ਕਿਉਂਕਿ ਹਾਲੇਲੂਇਆ ਇਹਨਾਂ ਸਾਲਾਂ ਤੋਂ ਇਹਨਾਂ 7 ਸਾਲ ਗੁਜ਼ਰ ਜਾਣ ਤੋਂ ਬਾਅਦ ਇਹ ਕਿਸ਼ੋਰ ਅਵਸਥਾ ਦੇ ਜਦੋਂ ਸਾਲ ਬੀਤ ਜਾਂਦੇ ਹਨ, ਇੱਕ ਸਹੀ ਸ਼ੁਰੂਆਤ ਕਰਨੀ ਬਹੁਤ ਔਖੀ ਹੁੰਦੀ ਹੈ। ਇਹ 7 ਸਾਲ ਹਨ ਜਿਹਦੇ ਵਿੱਚ ਤੁਸੀਂ ਹਰ ਇੱਕ ਚੀਜ਼ ਦੇ ਲਈ ਇੱਕ ਠੀਕ ਔਰ ਸਹੀ ਸ਼ੁਰੂਆਤ ਕਰ ਸਕਦੇ ਆ। ਪ੍ਰਭੂ ਨੂੰ ਭਾਲਣ ਦੇ ਵਿੱਚ ਵੀ, ਪ੍ਰਭੂ ਦੇ ਵਿੱਚ ਇੱਕ ਡੂੰਘਾ ਵਧੀਆ ਸੋਹਣਾ ਜੀਵਨ ਬਤੀਤ ਕਰਨ ਦੇ ਵਿੱਚ ਵੀ, ਆਮੀਨ। ਇਸੇ ਲਈ ਭਾਈ ਬ੍ਰਾਨਹਾਮ ਨੇ ਕਿਹਾ, ਇਸ ਤੋਂ ਪਹਿਲਾਂ ਕਿ ਸ਼ੈਤਾਨ ਬੱਚਿਆਂ ਨੂੰ ਫੜ ਲਵੇ, ਤੁਸੀਂ ਪ੍ਰਭੂ ਦੇ ਲਈ ਬੱਚੇ ਫੜ ਲਓ। ਔਰ ਭਾਈ ਬ੍ਰਾਨਹਾਮ ਨੇ ਕਿਹਾ, ਹਾਲੇਲੂਇਆ, ਸ਼ੈਤਾਨ ਬੱਚਿਆਂ ਨੂੰ ਫੜਦਾ ਹੈ, ਔਰ ਇਸ ਤੋਂ ਪਹਿਲੇ ਕਿ ਸ਼ੈਤਾਨ ਫੜੇ, ਅਸੀਂ ਬੱਚਿਆਂ ਨੂੰ ਫੜਨਾ ਹੈ, ਪ੍ਰਭੂ ਦੇ ਲਈ ਟ੍ਰੇਨ ਕਰਨਾ ਆ, ਉਹਨਾਂ ਨੂੰ ਸਿਖਾਉਣਾ ਆ। ਹਾਲੇਲੂਇਆ। मैं अपने आप बारे सोचता हाँ, 1999 सन च मैं दूजी बारी बपतिस्मा ले लिया प्रभु यीशु मसीह के नाम च। 1999 च मैं लिया, 17 साल का सी, 17 साल दे ने मैं बपतिस्मा दूजी बारी ले लिया सी। ਇਹਦਾ मतलब 15 साल की उम्र ਦੇ ਵਿੱਚ मैं बपतिस्मा ले चुका सी। ਤੁਸੀਂ ਇਹ ਨਾ ਕਰੋ ਬੱਚੇ 12 ਸਾਲ ਦਾ 14 13 ਸਾਲ ਦਾ ਇਹਨੂੰ ਘਰ ਛੱਡਿਓ, ਇਹਦੀ ਲੋੜ ਨਹੀਂ ਆ ਚਰਚ ਵਿੱਚ, ਜਾਂ ਉਹਨੂੰ ਕ੍ਰਿਕਟ ਖੇਡਣ ਦਿਓ ਸੰਡੇ ਨੂੰ, ਜਾਂ ਕੋਈ ਹੋਰ ਉਹਨੂੰ ਕਾਰਟੂਨ ਲਗਾ ਕੇ ਦਿਓ, ਇਹ ਨਹੀਂ ਹੈ। ਪ੍ਰਭੂ ਯਿਸੂ ਮਸੀਹ 12 ਸਾਲ ਦਾ ਸੀ ਜਦ ਉਹਨੇ ਸਾਰੇ ਫਰੀਸੀਆਂ ਨੂੰ, ਜਾਜਕਾਂ ਨੂੰ ਸਵਾਲ ਪੁੱਛੇ ਔਰ ਕਿਸੇ ਨੂੰ ਜਵਾਬ ਨਹੀਂ ਆਇਆ, ਔਰ ਬਾਈਬਲ ਦੇ ਵਿੱਚੋਂ ਪੁੱਛੇ। ਬਾਈਬਲ ਦੇ ਵਿੱਚ ਉਹਦਾ ਗਿਆਨ ਬਹੁਤ ਜ਼ਿਆਦਾ ਸੀ ਉਹਨਾਂ ਸਾਰਿਆਂ ਤੋਂ, और सारे ਉਹਦੀ बुद्धि तो दंग ਸੀਗੇ। प्रभु यीशु मसीह ਬੱਚਿਆਂ ਲਈ ਉਦਾਹਰਣ ਹੈ। हालेलुया, हालेलुया। ਇੱਥੋਂ ਤੱਕ ਕਿ 13 ਤੋਂ ਲੈ ਕੇ 19 ਸਾਲ ਦੀ ਉਮਰ ਚ ਕਿਸ਼ੋਰ ਅਵਸਥਾ ਚ ਤੁਸੀਂ ਦੁਨੀਆ ਦੀ ਜਿਹੜੀ ਮਰਜ਼ੀ ਭਾਸ਼ਾ ਸਿੱਖ ਸਕਦੇ, ਪਰ ਜਦੋਂ ਤੁਸੀਂ 20 ਤੋਂ ਟੱਪ ਗਏ, ਕੋਈ ਵੀ ਭਾਸ਼ਾ ਨਵੀਂ, ਤੁਸੀਂ ਉਰਦੂ ਸਿੱਖ ਲਓ, ਫ੍ਰੈਂਚ ਸਿੱਖ ਲਓ, ਸਪੈਨਿਸ਼ ਸਿੱਖ ਲਓ, ਜਿਹੜੀ ਮਰਜ਼ੀ, ਠੀਕ ਹੈ, ਪਰ ਬਾਅਦ ਚ ਬਹੁਤ ਔਖਾ, ਕਿਉਂਕਿ ਸ਼ੁਰੂ ਕਰਨ ਦੇ ਸਾਲ ਹੀ ਇਹ ਹਨ ਜੋ ਸਭ ਤੋਂ ਵਧੀਆ ਹਨ। ਔਰ ਮੈਂ ਉਮੀਦ ਕਰਦਾ ਮੈਂ ਤੁਹਾਨੂੰ ਪ੍ਰਭੂ ਦੇ ਲਈ ਤਿਆਰ ਕਰ ਰਿਹਾ ਹਾਂ, ਇੱਕ ਲਹਿਰ ਤੋਰਨ ਦੇ ਲਈ ਜੋ ਸਾਡੇ ਬੱਚਿਆਂ ਦੇ ਰਾਹੀਂ ਆਉਣੇ। ਭਾਈ ਬ੍ਰਾਨਹਾਮ ਨੇ ਵੀ ਕਿਹਾ ਕਿ ਜਵਾਨ ਉੱਠਣਗੇ, ਉਹ ਇਹ ਕੰਮ ਨੂੰ ਕਰਨਗੇ। ਹਾਲੇਲੂਇਆ। ਕਿਸੇ ਵੀ ਬੱਚੇ ਲਈ ਇਹ ਬੜਾ ਹੀ ਔਖਾ ਹੈ 19 ਸਾਲ ਤੋਂ ਬਾਅਦ ਕਿਸੇ ਵੀ ਭਾਸ਼ਾ ਨੂੰ ਸਿੱਖਣਾ। ਉਹ ਕਦੇ ਵੀ ਇਹਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਨਹੀਂ ਕਰ ਸਕਣਗੇ। ਮੈਂ ਇਹ ਕਹਿ ਰਿਹਾ ਕਿ ਜਦੋਂ ਤੁਸੀਂ ਆਪਣੀ ਕਿਸ਼ੋਰ ਅਵਸਥਾ ਦੇ ਦਿਨਾਂ ਨੂੰ ਪਾਰ ਕਰ ਲਿਆ, ਤੁਸੀਂ ਕੁਝ ਵੀ ਕਰਨ ਲਈ ਚੰਗੇ ਨਹੀਂ ਰਹੇ। ਸ਼ੁਰੂ ਕਰਨ ਠੀਕ ਹੈ ਨਹੀਂ ਰਹੇ ਫਿਰ, ਕਿਉਂਕਿ ਕਰ ਹੀ ਨਹੀਂ ਸਕਦੇ ਹੋ, ਸਹੀ ਸਾਲ ਨਹੀਂ ਹੈ। ਤੁਸੀਂ ਵਧੀਆ ਗ੍ਰੇਡ ਚਾਹੁੰਦੇ ਪੜ੍ਹਾਈ 'ਚ, ਵਧੀਆ ਪੜ੍ਹਾਈ ਲਿਖਾਈ ਚਾਹੁੰਦੇ ਆ, ਤਾਂ ਆਪਣੇ ਇਹਨਾਂ ਕਿਸ਼ੋਰ ਅਵਸਥਾ ਦੇ ਦਿਨਾਂ 'ਚ ਕਰੋ। ਤੁਸੀਂ ਪ੍ਰਭੂ ਨੂੰ ਸਭ ਤੋਂ ਟੌਪ ਦੇ ਉੱਤੇ ਪਿਆਰ ਕਰਨਾ ਚਾਹੁੰਦੇ ਹੋ, ਆਪਣੇ ਇਹਨਾਂ ਕਿਸ਼ੋਰ ਅਵਸਥਾ ਦੇ ਦਿਨਾਂ 'ਚ ਕਰੋ, ਕਿਉਂਕਿ ਕਿਸ਼ੋਰ ਅਵਸਥਾ ਦੇ ਦਿਨ ਜਦੋਂ ਬੀਤ ਗਏ ਇਹ ਬਾਲਕ ਪੁਣੇ ਦੇ, ਇਸ ਤੋਂ ਬਾਅਦ
ਤੁਸੀਂ ਨਹੀਂ ਕਰ ਸਕਦੇ ਭੈਣੋ ਭਰਾਵੋ। ਆਮੇਨ। ਇਹਨਾਂ ਸਾਲਾਂ ਦੇ ਵਿੱਚ ਪ੍ਰਭੂ ਦੇ ਨਾਲ ਸਭ ਤੋਂ ਵੱਧ ਪਿਆਰ ਕਰੋ ਔਰ ਏਦਾਂ ਚੱਲੋ, ਕਿਉਂਕਿ ਤੁਹਾਡੇ ਚ ਇਹਨਾਂ ਦਿਨਾਂ ਚ એનર્ਜੀ ਹੈ, ਤੁਹਾਡੀ ਯਾਦਾਸ਼ਤ ਪੂਰੀ ਠੀਕ ਹੈ, ਕੋਈ ਬਿਮਾਰੀ ਨਹੀਂ ਹੈ। ਮੈਨੂੰ ਯਾਦ ਆ, ਤੁਹਾਨੂੰ ਵੀ ਯਾਦ ਆ, ਜਦੋਂ ਆਪਣੇ ਪੇਪਰ ਹੁੰਦੇ 10ਵੀਂ ਦੇ ਜਾਂ ਉਸ ਤੋਂ ਪਹਿਲਾਂ ਦੇ 8ਵੀਂ ਦੇ ਜਾਂ ਕਿੰਨੇ ਵੀ, ਕਿੰਨਾ એનર્ਜੀ ਸੀ, ਸਾਰੀ ਰਾਤ ਪੜ੍ਹਨਾ। ਕੋਈ ਇੰਨੇ ਪੱਖੇ ਨਹੀਂ ਸਨ, ਕੋਈ ਲਾਈਟਾਂ ਨਹੀਂ ਸੀ ਇੰਨੀਆਂ, ਮੈਂ ਆਪਣੇ ਸਮੇਂ ਤੇ ਦੱਸ ਰਿਹਾ ਗੱਲ, ਪਰ ਫਿਰ ਪੇਪਰ ਪਾਉਣ ਜਾਣਾ ਔਰ ਯਾਦ ਵੀ ਰਹਿਣਾ ਸਾਰਾ ਕੁਝ। ਇਹਨਾਂ ਦਿਨਾਂ 'ਚ એનર્ਜੀ ਆ ਸਾਡੇ ਕੋਲ, ਸਿਹਤ ਆ, ਕੋਈ ਥਕਾਵਟ ਨਹੀਂ ਹੈ, ਕੋਈ ਕਮਜ਼ੋਰੀ ਨਹੀਂ ਹੈ। ਆਮੇਨ। ਤਾਂ ਇਹਨਾਂ ਦਿਨਾਂ 'ਚ ਤੁਸੀਂ ਏਦਾਂ ਚੱਲਣਾ ਹੈ ਜਿਵੇਂ ਤੁਸੀਂ ਇੱਕ ਦਿਨ 'ਚ ਇੱਕ ਹਫ਼ਤੇ ਦਾ ਕੰਮ ਕਰ ਸਕਦੇ। ਉਹਨੂੰ ਕਦੀ ਏਦਾਂ ਨਹੀਂ ਸੋਚਣਾ ਕਿ ਅੱਜ ਇੰਨਾ ਕੰਮ ਆ ਤੇ ਮੈਂ ਇੱਕ ਦਿਨ ਦਾ ਅੱਜ ਹੀ ਕਰਾਂ। ਇੱਕ ਦਿਨ ਦਾ ਦਿਨ ਜੋਗਾ ਕੰਮ ਕਰਨਾ ਤਾਂ ਬਜ਼ੁਰਗਾਂ ਲਈ ਆ, ਉਹਨਾਂ ਲਈ ਆ ਜਿਹੜੇ 60 ਸਾਲ ਪਾਰ ਕਰ ਗਏ। ਪਰ ਜਿਹੜੇ ਇਸ ਉਮਰ ਦੇ ਬੱਚੇ ਹਨ, ਕਿਸ਼ੋਰ ਅਵਸਥਾ ਦੇ ਹਨ, ਉਹ ਤਾਂ ਇੱਕ ਹਫ਼ਤੇ ਦਾ ਕੰਮ ਇੱਕ ਦਿਨ 'ਚ ਕਰ ਸਕਦੇ ਆ। ਉਹ ਤਾਂ ਇੰਨੀ ਪੜ੍ਹਾਈ ਕਰ ਸਕਦੇ ਹਨ। ਹਾਲੇਲੂਇਆ। ਔਰ ਜੇ ਤੁਸੀਂ ਇੱਕ ਹਫ਼ਤੇ ਦਾ ਕੰਮ ਇੱਕ ਦਿਨ 'ਚ ਕਰੋ, ਤੁਹਾਨੂੰ ਕੋਈ ਥਕਾਵਟ ਨਹੀਂ ਹੋਣੀ, ਨੀਂਦ ਪੂਰੀ ਹੋ ਜਾਣੀ, ਬਹੁਤ ਹੋਣੀ, ਸਭ ਠੀਕ ਹੈ, ਕਿਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆ, ਤਾਂ ਤੁਸੀਂ ਇੱਕ ਸਾਲ 'ਚ 6-7 ਸਾਲਾਂ ਦਾ ਕੰਮ ਕਰ ਸਕਦੇ। ਇੱਕ ਸਾਲ 'ਚ ਕਿੰਨਾ ਤੁਸੀਂ ਅੱਗੇ ਵਧ ਗਏ। ਤੁਸੀਂ ਸੰਘਰਸ਼ ਕਰਨਾ ਹੈ, ਤੁਸੀਂ ਮਿਹਨਤ ਕਰਨੀ ਹੈ। ਆਮੇਨ। ਤੁਸੀਂ ਲੜਾਈ ਲੜਨੀ ਹੈ, ਤੁਸੀਂ ਸਭ ਕੁਝ ਕਰਨਾ ਹੈ। ਇਹਨਾਂ ਦਿਨਾਂ 'ਚ ਪ੍ਰਭੂ ਨੂੰ ਭਾਲਣ ਦੇ ਲਈ ਬਾਈਬਲ ਨੂੰ ਪੜ੍ਹਨਾ ਹੈ, ਪ੍ਰਭੂ ਨੂੰ ਪਿਆਰ ਕਰਨਾ ਹੈ, ਪ੍ਰਾਰਥਨਾ ਕਰਨੀ ਹੈ, ਧੰਨਵਾਦ ਕਰਨਾ ਹੈ, ਗਾਉਣਾ ਵਜਾਉਣਾ, ਸਭ ਕੁਝ ਇਹਨਾਂ ਦਿਨਾਂ 'ਚ ਹੀ ਸਿੱਖ ਸਕਦੇ ਤੁਸੀਂ। ਸਭ ਕੁਝ ਇਹਨਾਂ ਦਿਨਾਂ 'ਚ ਹੀ ਕਰਨਾ ਹੈ। ਹਾਲੇਲੂਇਆ। ਇਹ ਪੁੱਛਿਆ ਜਾਵੇ ਕਈ ਵਾਰ ਕਿਸੇ ਨੂੰ ਕਿ ਤੂੰ ਪ੍ਰਭੂ ਤੂੰ ਪਾਉਣ ਦੀ ਕਿੰਨੀ ਇੱਛਾ ਹੈ, ਕਿੰਨਾ ਕਿ ਤੂੰ ਪ੍ਰਭੂ ਦਾ ਪਿੱਛਾ ਕਰਦਾ ਹੈ। ਜੇ ਤੁਸੀਂ ਕਹਿੰਦੇ ਕਿ ਜ਼ਿਆਦਾ ਨਹੀਂ, ਕੁਝ ਖਾਸ ਨਹੀਂ, ਤਾਂ ਤੁਸੀਂ ਬੁੱਧੀਮਾਨ ਨਹੀਂ ਹੈ। ਬਾਈਬਲ ਕਹਿੰਦੀ ਆਪਣੀ ਜਵਾਨੀ ਦੇ ਦਿਨ ਹੀ ਆਪਣੇ ਕਰਤਾਰ ਨੂੰ ਚੇਤੇ ਰੱਖ। ਆਮੇਨ। ਕਿਉਂਕਿ ਇਹੀ ਤਾਂ ਦਿਨ ਹਨ ਜਿਨ੍ਹਾਂ 'ਚ ਤੁਸੀਂ ਆਪਣਾ ਬੈਸਟ ਔਰ ਸਭ ਤੋਂ ਵਧੀਆ ਕਰ ਸਕਦੇ ਹੋ। ਆਮੇਨ। ਸਭ ਤੋਂ ਬੁੱਧੀਮਾਨ ਸਮਝਦਾਰ ਉਹ ਬੱਚਾ ਆ। ਆਮੇਨ। ਜੋ ਸਮੇਂ ਨੂੰ ਲਾਭਦਾਇਕ ਸਮਝਦਾ ਹੈ। ਆਮੇਨ। ਮੇਰੇ ਕਹਿਣ ਦਾ ਇਹਨਾਂ ਸਭ ਚੀਜ਼ਾਂ ਦਾ ਇਹ ਅਰਥ ਹੈ ਕਿ ਆਪਣਾ ਸਮਾਂ ਬਰਬਾਦ ਨਹੀਂ ਕਰਨਾ। ਆਪਣੇ 7 ਸਾਲ ਜਿਹੜੇ ਹਨ ਇਹਨਾਂ ਨੂੰ ਕਦੇ ਵੀ ਖਰਾਬ ਨਹੀਂ ਕਰਨਾ, ਖਾਸ ਕਰ ਪ੍ਰਭੂ ਨੂੰ ਭਾਲਣ ਦੇ ਲਈ ਔਰ ਪ੍ਰਭੂ ਦੇ ਨਾਲ ਪਿਆਰ ਕਰਨ ਦੇ ਲਈ। ਆਮੇਨ। ਹਾਲੇਲੂਇਆ। ਮੈਂ ਬਾਈਬਲ ਪੜ੍ਹ ਰਿਹਾ ਸੀ, ਪਰਮੇਸ਼ਵਰ ਨੇ ਜਗ੍ਹਾ ਜਗ੍ਹਾ ਤੇ ਹਿਸਕੀਏਲ ਰਾਹੀਂ, ਦਾਨੀਏਲ ਹੁਣਾਂ ਰਾਹੀਂ, ਹੋਰ ਜਰਮਿਆ ਦੇ ਰਾਹੀਂ, ਯਸ਼ਾਇਆ ਦੇ ਰਾਹੀਂ, ਸਭ ਪਾਸੇ ਤੇ ਜਦ ਵੀ ਗੱਲ ਆਉਂਦੀ ਤੇ ਇਹੀ ਜ਼ਿਆਦਾ ਕਿਹਾ ਕਿ ਮੈਂ ਤੁਹਾਡੇ ਨਾਲ ਜੋ ਨੇਮ ਬੰਨਿਆ ਤੁਹਾਡੇ ਆਪਣੇ ਜਵਾਨੀ 'ਚ, ਤੁਹਾਡੇ ਨਾਲ ਜਿਹੜਾ ਮੈਂ ਨੇਮ ਬੰਨਿਆ ਤੁਹਾਡੀ ਜਵਾਨੀ 'ਚ, ਉਹਨੂੰ ਯਾਦ ਰੱਖੋ। ਆਮੇਨ। ਤਾਂ ਵੀ ਮੈਂ ਆਪਣੇ ਉਸ ਨੇਮ ਨੂੰ ਜੋ ਤੇਰੀ ਜਵਾਨੀ ਦੇ ਦਿਨਾਂ ਵਿੱਚ ਤੇਰੇ ਨਾਲ ਸੀ ਚੇਤੇ ਰੱਖਾਂਗਾ ਅਤੇ ਸਦਾ ਦਾ ਨੇਮ ਤੇਰੇ ਨਾਲ ਕਾਇਮ ਕਰਾਂਗਾ। ਹਿਜਕੀਏਲ 16:60 ਆ, ਪਰਮੇਸ਼ਰ ਇਸਰਾਇਲ ਬਾਰੇ ਕਹਿ ਰਿਹਾ। ਆਮੇਨ। ਦਾਨੀਏਲ ਬਾਰੇ ਦੇਖੋ 12-14 ਸਾਲ ਦਾ ਸੀਗਾ ਜਾਂ ਇਸ ਤੋਂ ਵੀ ਘੱਟ ਉਮਰ ਦਾ, ਜਦੋਂ ਬਾਬਲ 'ਚ ਗੁਲਾਮੀ 'ਚ ਚਲੇ ਗਏ ਸੀ। ਆਮੇਨ। ਭਾਈ ਬ੍ਰਾਨਮ ਨੇ ਕਿਹਾ ਕਿ ਮੈਂ ਆਪਣੇ ਜੀਵਨ 'ਚ ਦੇਖਿਆ ਕਿ 20 ਸਾਲ ਤੋਂ ਬਾਅਦ ਬਹੁਤ ਘੱਟ ਲੋਕ ਹਨ ਜੋ ਪ੍ਰਭੂ ਨੂੰ ਆਪਣਾ ਜੀਵਨ ਦਿੰਦੇ ਹਨ। ਉਹਨੇ ਕਿਹਾ ਸਭ ਤੋਂ ਵੱਧ ਲੋਕ ਪ੍ਰਭੂ ਨੂੰ ਮੈਂ ਆਪਣਾ ਜੀਵਨ ਦਿੰਦੇ ਦੇਖੇ ਹਨ 20 ਸਾਲ ਤੋਂ ਪਹਿਲਾਂ। ਇਹਦਾ ਮਤਲਬ ਕਿ ਪ੍ਰਭੂ ਨੂੰ ਸਵੀਕਾਰ ਇਸ ਟੀਨ ਏਜ, ਕਿਸ਼ੋਰ ਅਵਸਥਾ 'ਚ ਲੋਕ ਜ਼ਿਆਦਾ ਕਰਦੇ ਆ। ਆਮੇਨ। ਮੈਂ ਇੱਕ ਭਾਈ ਬਾਰੇ ਪੜ੍ਹ ਰਿਹਾ ਸੀ,
ਆਮੇਨ। ਉਹਦੇ ਬਾਰੇ ਪੜ੍ਹਿਆ, ਉਹਨੇ ਫੈਸਲਾ ਲਿਆ। ਜਵਾਨ ਭਾਈ ਨੇ, ਜਿੱਦਾਂ ਇਸ ਕਿਸ਼ੋਰ ਅਵਸਥਾ ਦੇ ਨੇ, ਉਹਨੇ ਕਿਹਾ ਕਿ ਮੈਂ ਨਵਾਂ ਨੇਮ ਸਾਲ ਦੇ ਵਿੱਚ, ਆਮੇਨ, 52 ਵਾਰੀ ਪੜ੍ਹਨਾ ਹੈ। ਨਵਾਂ ਨੇਮ ਸਾਲ ਦੇ ਵਿੱਚ 52 ਵਾਰ, 52। ਇਹਦਾ ਮਤਲਬ ਇਹ ਹੋਇਆ ਕਿ ਹਫਤੇ 'ਚ ਇੱਕ ਵਾਰ ਨਵਾਂ ਨੇਮ ਮੁਕਾ ਲੈਂਦਾ। ਹਫਤੇ ਦੇ ਵਿੱਚ ਇੱਕ ਵਾਰੀ ਨਵਾਂ ਨੇਮ ਪੜ੍ਹ ਲਿਆ, ਅਗਲਾ ਹਫਤਾ ਦੂਜੀ ਵਾਰੀ ਸ਼ੁਰੂ ਕਰ ਦਿੱਤਾ। ਹੋਇਆ ਕਿ ਉਹ ਆਪ ਹੀ ਜਿਉਂਦਾ ਨਵਾਂ ਨੇਮ ਬਣ ਗਿਆ। ਆਮੇਨ। ਜਿਹਨੇ ਸਾਲ 'ਚ 52 ਵਾਰੀ ਪੜ੍ਹਿਆ, ਹਫਤੇ 'ਚ ਇੱਕ ਵਾਰੀ ਪੜ੍ਹਿਆ ਰਾਤ ਦਿਨ, ਇਸ ਉਮਰ ਦੇ ਵਿੱਚ, ਤਾਂ ਉਹਨੂੰ ਕੱਲੀ ਕੱਲੀ ਗੱਲ ਯਾਦ ਹੋ ਗਈ। ਉਹ ਆਪ ਹੀ ਨਵਾਂ ਨੇਮ ਬਣ ਗਿਆ, ਜੀਵਤ ਨਵਾਂ ਨੇਮ। ਹਾਲੇਲੂਇਆ। ਤੁਸੀਂ ਆਪਣੇ ਇਹਨਾਂ ਦਿਨਾਂ ਨੂੰ ਇਸੇ ਤਰ੍ਹਾਂ ਬਤੀਤ ਕਰ ਸਕਦੇ ਹੋ। ਹਾਲੇਲੂਇਆ। ਮੈਂ ਤੁਹਾਨੂੰ ਇੱਕ ਉਦਾਹਰਣ ਦਿੱਤੀ ਹੈ, ਇੱਕ ਕਿਸ਼ੋਰ ਅਵਸਥਾ ਦੇ ਭਾਈ ਦੀ, ਜਿਹਨੇ ਇਸ ਤਰ੍ਹਾਂ ਕੀਤਾ, ਤਾਂ ਕਿ ਤੁਸੀਂ ਵੀ ਇਸੇ ਤਰ੍ਹਾਂ ਕਰੋ। ਮੇਰੇ ਕਹਿਣ ਦਾ ਮਤਲਬ ਕਿ ਆਪਣੇ ਸਮੇਂ ਨੂੰ ਬਰਬਾਦ ਨਾ ਕਰੋ। ਤੁਸੀਂ ਇਸ ਤਰ੍ਹਾਂ ਆਪਣਾ ਜੀਵਨ, ਸਮਾਂ ਵਚਨ ਪੜ੍ਹਨ ਲਈ, ਬਾਈਬਲ ਪੜ੍ਹਨ ਲਈ ਲਗਾ ਸਕਦੇ ਹੋ। ਪਰ ਇਹ ਦੇਖਦੇ ਕਿ ਸਾਡਾ ਹਾਲ ਇਹ ਆ ਬੱਚਿਆਂ ਦਾ, 20 ਸਾਲ ਤੱਕ ਹੋ ਜਾਂਦੇ, ਪੂਰੀ ਬਾਈਬਲ ਜਾਂ ਪੂਰਾ ਨਵਾਂ ਨੇਮ ਇੱਕ ਵਾਰੀ ਵੀ ਨਹੀਂ ਪੜ੍ਹਿਆ ਹੁੰਦਾ। ਪਰ ਸੁਨਹਿਰੇ ਦਿਨ, ਸਭ ਤੋਂ ਵੱਧ એનર્ਜੀ ਵਾਲੇ ਦਿਨ, ਸਭ ਤੋਂ ਵੱਧ ਯਾਦ ਰੱਖਣ ਵਾਲੇ ਦਿਨ ਗਵਾ ਲਏ ਹੁੰਦੇ। ਔਰ ਬਾਅਦ ਦੇ ਵਿੱਚ ਤਾਂ ਹੋਰ ਬਹੁਤ ਸਾਰੇ ਝਮੇਲੇ ਸ਼ੁਰੂ ਹੋ ਗਏ ਹੁੰਦੇ ਆ, ਜਿਨ੍ਹਾਂ ਚੋਂ ਟਾਈਮ ਨਹੀਂ ਮਿਲਦਾ, ਵੇਲ ਨਹੀਂ ਮਿਲਦਾ। ਆਪਣੇ ਸਮੇਂ ਦਾ ਸੰਤੁਲਨ ਬਣਾਉਣਾ ਹੈ, ਆਪਣੀ એનર્ਜੀ ਦਾ ਜੋ ਸਾਡੇ ਅੰਦਰ ਹੈ, ਆਪਣੇ ਸਾਹਾਂ ਦਾ, ਆਪਣੇ ਸਮਿਆਂ ਦਾ, ਤਾਂ ਕਿ ਅਸੀਂ ਪਰਮੇਸ਼ਰ ਦੇ ਲਈ ਕੁਝ ਕਰ ਸਕੀਏ। ਆਮੇਨ। ਹਾਲੇਲੂਇਆ। ਔਰ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਜੋ ਆਤਮਿਕ ਖੇਤਰ ਦੇ ਵਿੱਚ ਚੱਲ ਰਿਹਾ ਹੈ, ਉਸ ਕਿਸੇ ਵੀ ਗੱਲ ਤੋਂ ਤੁਸੀਂ ਕਦੇ ਵੀ ਖੁੰਝੋਗੇ ਨਹੀਂ। ਔਰ ਜੋ ਪਰਮੇਸ਼ਰ ਦੇ ਰਾਜ ਵਿੱਚ ਪਰਮੇਸ਼ਰ ਕਰ ਰਿਹਾ ਹੈ, ਤੁਸੀਂ ਹਮੇਸ਼ਾ ਉਹਦਾ ਭਾਗ ਬਣੋਗੇ, ਹਮੇਸ਼ਾ ਉਸ ਦਾ ਹਿੱਸਾ ਬਣੋਗੇ ਭੈਣ ਭਰਾਵੋ। ਆਮੇਨ। ਜਾਣੀ ਤੁਸੀਂ ਉਹ ਪ੍ਰਾਪਤ ਕਰੋਗੇ ਜੋ ਤੁਹਾਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਹਾਲੇਲੂਇਆ। ਇਸ ਲਈ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ, ਆਪਣੇ ਇਹਨਾਂ ਕਿਸ਼ੋਰ ਉਮਰ ਦੇ ਸਾਲਾਂ ਨੂੰ ਸੰਭਾਲੋ, ਇਹਨਾਂ ਦੀ ਕਦਰ ਕਰੋ। ਇੱਥੋਂ ਤੱਕ ਕਿ ਜੇ ਤੁਸੀਂ 18 ਸਾਲ ਦੇ ਵੀ ਹੋ ਗਏ ਵਿੱਚ, ਤੁਹਾਡੇ ਕੋਲ 1 ਸਾਲ ਹੈ, ਇਸ 1 ਸਾਲ ਨੂੰ ਤੁਸੀਂ ਆਪਣੇ ਲਈ ਬਹੁਤ ਵੱਧ ਲਾਭਦਾਇਕ ਬਣਾ ਸਕਦੇ। ਇਸੇ ਹੀ 1 ਸਾਲ ਨੂੰ ਤੁਸੀਂ ਇਹ ਕਰੋ ਕਿ ਮੇਰੇ ਬਾਕੀ 6 ਸਾਲ ਜਿਹੜੇ ਆ, ਉਹਦੇ ਵਿੱਚ ਮੈਂ ਇਸ 1 ਸਾਲ 'ਚ ਪੂਰੇ ਕਰਨੇ ਤੇ ਕਰ ਸਕਦੇ ਹਾਂ। ਆਮੇਨ। ਤਾਂ ਫਿਰ ਤੁਸੀਂ ਵੇਖੋਗੇ ਕਿ ਤੁਸੀਂ ਹਰ ਖੇਤਰ 'ਚ ਸਫਲ ਆ। ਪ੍ਰਭੂ ਨੂੰ ਭਾਲਣ ਵਿੱਚ ਵੀ, ਵਰਸ਼ਿਪ ਕਰਨ 'ਚ ਵੀ, ਗੀਤ ਗਾਉਣ 'ਚ ਵੀ, ਪ੍ਰਾਰਥਨਾ ਕਰਨ ਦੇ ਵਿੱਚ ਵੀ, ਸੰਗਤੀਆਂ ਕਰਨ ਵਿੱਚ ਵੀ, ਦੁਨਿਆਵੀ ਤੌਰ ਤੇ ਵੀ, ਆਤਮਿਕ ਤੌਰ ਤੇ ਵੀ, ਤੁਸੀਂ ਹਰ ਖੇਤਰ ਦੇ ਵਿੱਚ ਸਫਲ ਹੋਵੋਗੇ। ਹਾਲੇਲੂਇਆ। ਹਾਲੇਲੂਇਆ। ਬਹੁਤ ਸਾਰੇ ਮਸੀਹੀ ਹਾਰ ਦਾ ਸਾਹਮਣਾ ਕਰਦੇ ਹਨ ਕਿਉਂਕਿ ਉਹਨਾਂ ਨੇ ਆਪਣੇ ਇਹਨਾਂ ਦਿਨਾਂ ਨੂੰ ਸੰਭਾਲਿਆ ਨਹੀਂ, ਕਿਉਂਕਿ ਉਹਨਾਂ ਨੇ ਇੱਕ ਚੰਗੀ ਮਜ਼ਬੂਤ ਦ੍ਰਿੜ ਨੀਂਵ ਨਹੀਂ ਰੱਖੀ। ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਮਾਮਲਿਆਂ ਵਿੱਚ ਇੱਕ ਪੱਕੀ ਨੀਂਹ ਨਹੀਂ ਰੱਖੀ। ਅੱਜ ਦੁਨੀਆ ਨੂੰ ਦੇਖੋ, ਸੰਸਾਰ 'ਚ ਅਸੀਂ ਵੇਖਦੇ ਹਾਂ, ਬਹੁਤ ਸਾਰੇ ਲੋਕ ਸਾਡੇ ਦੇਸ਼ ਦੇ ਵਿੱਚ ਉਹ ਖਾਂਦੇ ਹਨ, ਪੀਂਦੇ ਹਨ, ਸੌ ਜਾਂਦੇ ਹਨ, ਜ਼ਿੰਦਗੀ ਭਰ 'ਚੋਂ ਕੁਝ ਵੀ ਨਹੀਂ ਕਰਦੇ। ਉਹ ਜੀਂਦੇ ਆ, ਬਸ ਸਾਹ ਲੈਂਦੇ ਹਨ। ਉਹਨਾਂ ਆਪਣਾ ਟਾਈਮ ਵੇਸਟ ਕਰ ਰਹੇ, ਖਰਾਬ ਕਰ ਰਹੇ, ਔਰ ਉਹ ਕੁਝ ਵੀ ਨਹੀਂ ਬਣੇ ਜ਼ਿੰਦਗੀ 'ਚ, ਕਿਸੇ ਲਈ ਕੁਝ ਨਹੀਂ ਕੀਤਾ, ਨਾ ਆਪਣੇ ਆਪ ਲਈ ਕੁਝ ਕਰ ਸਕੇ। ਉਹ ਆਪਣੀ ਜ਼ਿੰਦਗੀ 'ਚ ਕਦੇ ਵੀ ਕਿਸੇ ਵੀ ਖੇਤਰ 'ਚ ਸਫਲ ਨਹੀਂ ਹੋ ਸਕਦੇ।
ਔਰ ਇਹੀ ਤਾਂ ਸੱਚ ਹੈ ਆਤਮਿਕ ਖੇਤਰ ਦੇ ਵਿੱਚ ਵੀ। ਇਸ ਲਈ ਮੈਂ ਕਈ ਵਾਰ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਜਦ ਵੀ ਆਪਣੇ ਲਈ ਚੇਲੇ ਚੁਣੇ ਤੇ ਇੱਕ ਵੀ ਵਿਹਲਾ ਨਹੀਂ ਲੱਭਿਆ, ਸਾਰੇ ਕੰਮ ਕਰਦੇ ਫੜੇ ਆ। ਜੋ ਦੁਨੀਆ 'ਚ ਫੇਲ ਹੋਏ ਬੈਠੇ ਆ, ਆਤਮਿਕ ਖੇਤਰ 'ਚ ਉਹ ਕੀ ਸਫਲ ਹੋਣਗੇ? ਸੋ ਇੱਕ ਚੰਗੀ ਨੀਂਵ ਰੱਖੀ ਆਪਣੇ ਬੱਚਿਆਂ ਦੀ, ਇੱਕ ਮਜ਼ਬੂਤ ਔਰ ਦ੍ਰਿੜ ਉਹਨਾਂ ਨੂੰ ਟ੍ਰੇਨਿੰਗ ਦਈਏ, ਜਿਵੇਂ ਵਚਨ ਕਹਿ ਰਿਹਾ ਬਾਲਕ ਨੂੰ ਉਹਦਾ ਠੀਕ ਰਾਹ ਸਿਖਾ। ਹਾਲੇਲੂਇਆ। ਭੈਣੋ ਭਰਾਵੋ, ਜੇ ਤੁਸੀਂ ਆਤਮਿਕ ਖੇਤਰ ਦੇ ਵਿੱਚ ਸਫਲਤਾ ਦੀ ਉਮੀਦ ਰੱਖਦੇ ਹੋ, ਆਮੀਨ, ਜੇ ਤੁਸੀਂ ਉਮੀਦ ਰੱਖਦੇ ਹੋ ਕਿ ਮੈਂ ਪ੍ਰਭੂ ਨੂੰ ਭਾਲਣਾ ਆ, ਜੇ ਤੁਸੀਂ ਉਮੀਦ ਰੱਖਦੇ ਹੋ ਕਿ ਮੈਂ ਪ੍ਰਭੂ ਦੇ ਲਈ ਕੁਝ ਕਰਨਾ ਹੈ, ਤਾਂ ਤੁਹਾਨੂੰ ਆਪਣੇ 7 ਸਾਲ ਸੰਭਾਲਣੇ ਪੈਣਗੇ। ਇਹਨਾਂ ਦੇ ਵਿੱਚ ਇੱਕ ਮਜ਼ਬੂਤ ਨੀਂਵ ਰੱਖਣੀ ਪਵੇਗੀ। ਇਹਦੇ ਵਿੱਚ ਬਾਈਬਲ ਦਾ ਅਧਿਐਨ ਕਰਨਾ ਪਵੇਗਾ। ਇਹਦੇ ਵਿੱਚ ਗੀਤ ਸੰਗੀਤ ਵਜਾਉਣਾ ਸਿਖਾਉਣਾ ਕਰਨਾ ਕਰਾਉਣਾ ਜੋ ਵੀ ਆ, ਤੇ ਇਹਨਾਂ ਦਿਨਾਂ 'ਚ ਸਭ ਕੁਝ ਤੇ ਕਰ ਸਕਦੇ ਹੋ, ਕਰਨਾ ਪਵੇਗਾ। ਜੋ ਕੁਝ ਵੀ ਕਰ ਸਕਦੇ ਹੋ ਕਰੋ। ਜਿੰਨਾ ਜ਼ਿਆਦਾ ਜਿੰਨਾ ਵੱਧ ਤੁਸੀਂ ਇਸ ਬਾਈਬਲ 'ਚ ਵੜ ਸਕਦੇ ਹੋ, ਵੜਨ ਲਈ ਜੋ ਕੁਝ ਕਰ ਸਕਦੇ ਹੋ ਕਰੋ, ਔਰ ਜੋ ਕੁਝ ਆਪਣੇ ਬੱਚਿਆਂ ਤੋਂ ਕਰਵਾ ਸਕਦੇ ਹੋ ਕਰੋ, ਤਾਂ ਕਿ ਇਸ ਵਚਨ ਦੇ ਨਾਲ ਉਹਨਾਂ ਦਾ ਇੱਕ ਗਹਿਰਾ ਗੂੜਾ ਰਿਸ਼ਤਾ ਹੋਵੇ। ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਅਗਲੀ ਲਹਿਰ ਬੱਚੇ ਹਨ। ਸਾਡਾ ਟਾਈਮ ਬੀਤਦਾ ਜਾ ਰਿਹਾ ਹੈ। ਅਗਰ ਪ੍ਰਭੂ ਦੀ ਆਮਦ ਹੋ ਜਾਂਦੀ ਹੈ ਤਾਂ ਬਹੁਤ ਭਲਾ ਆ, ਚੰਗਾ ਹੈ। ਆਮੀਨ। ਜਿੰਨੀ ਵੀ ਸੰਭਵ ਹੈ ਵੱਧ ਤੋਂ ਵੱਧ ਪ੍ਰਾਰਥਨਾ ਕਰੋ। ਬੱਚਿਆਂ ਨੂੰ ਕਹਿ ਰਿਹਾ ਮੈਂ, ਜਿੰਨਾ ਵੀ ਸੰਭਵ ਹੈ ਵੱਧ ਤੋਂ ਵੱਧ ਬਾਈਬਲ ਪੜ੍ਹੋ। ਜਿੰਨਾ ਵੀ ਸੰਭਵ ਆ ਵੱਧ ਤੋਂ ਵੱਧ ਸੰਗਤੀ ਦੇ ਕੰਮਾਂ ਦੇ ਵਿੱਚ ਹਿੱਸਾ ਪਾਓ, ਕੰਮ ਕਰਾਓ, ਸੇਵਾ ਕਰੋ। ਦਰੀਆਂ ਵਿਛਾਉਣ ਦਾ ਹੋਵੇ, ਕੋਈ ਵੀ ਛੋਟੇ ਤੋਂ ਛੋਟਾ ਕੰਮ ਕਰਨਾ ਕਿਉਂ ਨਾ ਹੋਵੇ, ਜਿੰਨਾ ਵੀ ਤੁਸੀਂ ਕਰ ਸਕਦੇ ਹੋ ਕਰੋ। ਆਪਣੇ ਆਪ ਨੂੰ ਥਕਾ ਦਿਓ, ਆਪਣੇ ਆਪ ਨੂੰ ਤੋੜ ਦਿਓ। ਪ੍ਰਾਰਥਨਾਵਾਂ ਦੇ ਰਾਹੀਂ, ਕੰਮ ਕਰਨ ਦੇ ਰਾਹੀਂ ਥਕਾ ਦੋ, ਡਿੱਗ ਪਓ। ਜੋ ਕੁਝ ਕਰ ਸਕਦੇ ਕਰੋ, ਜਿੰਨਾ ਵੱਧ ਕਰ ਸਕਦੇ ਹੋ, ਔਰ ਫਿਰ ਤੁਸੀਂ ਪਰਮੇਸ਼ਰ ਦੇ ਖੇਤਰ 'ਚ ਸਫਲ ਹੋਵੋਗੇ। ਫਿਰ ਤੁਸੀਂ ਆਤਮਿਕ ਤੌਰ ਤੇ ਇੱਕ ਲੈਵਲ ਤੇ ਪਹੁੰਚੋਗੇ ਜਿੱਥੇ ਪਰਮੇਸ਼ਰ ਤੁਹਾਨੂੰ ਲੋਕਾਂ ਲਈ ਇਸਤੇਮਾਲ ਕਰੇਗਾ ਕਿ ਤੁਸੀਂ ਪਰਮੇਸ਼ਰ ਨੂੰ ਲੋਕਾਂ 'ਚ ਵੰਡ ਸਕੋ। ਪਰਮੇਸ਼ਰ ਵੰਡਣਾ, ਉਹਦਾ ਵਚਨ ਮੰਨਣਾ ਹੈ, ਚਾਹੇ ਉਹ ਗੀਤਾਂ ਦੇ ਰਾਹੀਂ ਹੈ, ਚਾਹੇ ਉਹ ਸੰਗੀਤ ਦੇ ਰਾਹੀਂ ਹੈ, ਚਾਹੇ ਬੋਲ ਕੇ ਪ੍ਰਚਾਰ ਕਰਨ ਦੇ ਰਾਹੀਂ ਹੈ। ਪਰ ਪਹਿਲੇ ਇੱਕ ਨੀਂਵ ਦ੍ਰਿੜ ਚਾਹੀਦੀ ਹੈ। ਹਾਲੇਲੂਇਆ। 8ਵੀਂ ਦੇ ਵਿੱਚ ਸੀ ਮੈਂ, ਜਦੋਂ ਲਗਭਗ 15 ਸਾਲ ਦਾ ਮੈਂ ਨਵਾਂ ਨੇਮ ਪੜ੍ਹ ਲਿਆ ਸੀ ਕਈ ਵਾਰ, ਤਾਂ ਹੀ ਤਾਂ ਮੈਂ ਬਪਤਿਸਮਾ ਲੈ ਲਿਆ ਦੁਬਾਰਾ। ਮੈਂ ਆਪਣੀ ਵੈਸੇ ਉਦਾਹਰਨ ਦੇ ਰਿਹਾ। ਇੱਕ ਚੰਗੀ ਨੀਂਵ ਰੱਖਣ ਲਈ ਉਦੋਂ ਹੀ ਨੀਂਵ ਰੱਖੀ ਜਾ ਸਕਦੀ ਜਦੋਂ ਨੀਂਵ ਰੱਖਣ ਦਾ ਟਾਈਮ ਆ। ਦੁਬਾਰਾ ਤੋੜ ਕੇ ਤੁਸੀਂ ਕਰਨਾ ਚਾਹੋ, ਮੁਸ਼ਕਿਲ ਹੈ। ਹਾਲੇਲੂਇਆ, ਹਾਲੇਲੂਇਆ। ਜਿਹੜੀ ਆਪਣਾ ਸਭ ਤੋਂ ਵਧੀਆ, ਆਪਣਾ ਸਭ ਤੋਂ ਬੈਸਟ ਕਰਨ ਦੀ ਕੋਸ਼ਿਸ਼ ਕਰੋ, ਔਰ ਸਭ ਤੋਂ ਬੈਸਟ, ਸਭ ਤੋਂ ਵਧੀਆ ਇਹਨਾਂ 7 ਸਾਲਾਂ 'ਚ ਕੀਤਾ ਜਾ ਸਕਦਾ। ਹਾਲੇਲੂਇਆ। 2 ਚੋਣਾਂ ਸਾਡੇ ਸਾਹਮਣੇ ਹਨ, ਉਹ 'ਚ ਡਿਟੇਲ 'ਚ ਨਹੀਂ ਜਾਵਾਂਗੇ, 8:30 ਹੋ ਗਏ। ਆਮੀਨ। ਅਸੀਂ ਵੇਖਦੇ ਹਾਂ ਕਿ ਪਰਮੇਸ਼ਵਰ ਨੇ ਜਦੋਂ ਆਦਮੀ ਨੂੰ ਬਣਾਇਆ, ਆਦਮੀ ਬਣਾਉਣ ਤੋਂ ਪਹਿਲਾਂ ਹੀ ਭਲੇ ਤੇ ਬੁਰੇ ਦਾ ਰੁੱਖ ਉੱਥੇ ਸੀਗਾ, ਜੀਵਨ ਦਾ ਰੁੱਖ ਵੀ ਉੱਥੇ ਸੀ। ਆਦਮੀ ਪੈਦਾ ਵੀ ਨਹੀਂ ਹੋਇਆ, 2 ਰੁੱਖ ਉਹਦੇ ਸਾਹਮਣੇ ਸੀਗੇ। ਮਤਲਬ ਕਿ ਆਦਮੀ ਪੈਦਾ ਉਹਦਾ ਹਾਲਾਤਾਂ 'ਚ ਕੀਤਾ ਗਿਆ, ਉਹ ਸਿਚੁਏਸ਼ਨਾਂ 'ਚ ਕੀਤਾ ਗਿਆ ਕਿ ਉਹਦੇ ਅੱਗੇ ਪੈਦਾ ਹੋਣ ਤੋਂ ਹੀ 2 ਰਾਹ, 2 ਚੁਣਾਵ ਹੈ, 2 ਚੋਣਾਂ ਹੈ। ਪਰਮੇਸ਼ਵਰ ਨੇ ਕਦੀਆਂ ਆਦਮ ਨੂੰ ਜ਼ਬਰਦਸਤੀ ਨੇ ਕਿਹਾ ਵੀ ਤੂੰ ਆਈ ਚੋਣ ਜਾਂ ਆਈ ਚੋਣ। ਪਰਮੇਸ਼ਵਰ ਨੇ ਤਾਂ ਇਹ ਕਿਹਾ ਵੀ 2 ਤੇਰੇ ਅੱਗੇ ਰਸਤੇ ਆ, 2 ਚੋਣਾਂ ਆ, ਤੈਨੂੰ ਇਸ ਕੰਡੀਸ਼ਨ 'ਚ ਤੂੰ ਪੈਦਾ ਹੋਇਆ ਹੈ। ਦੇਖ ਬਈ, ਜੇ ਤੂੰ ਆ ਕਰੇਗਾ, ਭਲੇ ਬੁਰੇ ਦੇ ਗਿਆਨ ਤੋਂ ਖਾਏਗਾ, ਤੂੰ ਜ਼ਰੂਰ ਮਰੇਗਾ। ਪਰ ਤੁਸੀਂ ਦੇਖਦੇ ਹੋ ਜੀਵਨ ਦਾ ਰੁੱਖ ਕਾਫੀ ਸੀ। ਜੀਵਨ ਦਾ ਰੁੱਖ ਹਰ ਤਰ੍ਹਾਂ ਸੰਤੁਸ਼ਟ ਕਰਨ ਲਈ ਪ੍ਰਾਪਤ ਆ, ਇਹ ਸਫੀਸ਼ੀਐਂਟ ਆ ਜਾਣੀ। ਆਮੀਨ।
ਕਿਸੇ ਹੋਰ ਦੀ ਲੋੜ ਨਹੀਂ ਸੀ, ਪਰ ਇੱਕ ਹੋਰ ਉੱਥੇ ਰੱਖਿਆ ਗਿਆ। ਕਿਉਂਕਿ ਏਦਾਂ ਹੋਇਆ, ਜਦੋਂ ਅਸੀਂ ਬਣੇ ਬਣਾਏ ਸੀ, ਦੁਨੀਆ ਬਣੀ ਬਣਾਈ ਗਈ, ਤਾਂ ਸਵਰਗ 'ਚ ਲੜਾਈ ਹੋਈ। ਇਹ ਸ਼ੈਤਾਨ ਜਿਹੜਾ ਪਰਮੇਸ਼ਵਰ ਦੇ ਅਧੀਨ ਕੰਮ ਕਰਦਾ ਹੁੰਦਾ ਸੀ, ਪਰਮੇਸ਼ਵਰ ਦੇ ਅਧਿਕਾਰ ਦੇ ਹੇਠ ਇਹ ਸੇਵਾਦਾਰ ਸੀਗਾ, ਔਰ ਇਹਨੇ ਇੱਕ ਦਿਨ ਬਗਾਵਤ ਕੀਤੀ। ਜਦੋਂ ਬਗਾਵਤ ਕੀਤੀ ਤਾਂ ਪਰਮੇਸ਼ਵਰ ਦਾ ਦੁਸ਼ਮਣ ਬਣ ਗਿਆ। ਇਹ ਕੰਮ ਦੁਨੀਆ ਬਣਨ ਤੋਂ, ਇਨਸਾਨ ਪੈਦਾ ਹੋਣ ਤੋਂ ਪਹਿਲਾਂ ਹੋ ਗਿਆ। ਤਾਂ ਉੱਥੇ ਫਿਰ ਚੋਣ ਹੋਈ। ਜਦੋਂ ਚੋਣ ਹੋਈ ਤਾਂ ਕੁਛ ਸਵਰਗਦੂਤ ਉਧਰ ਰਲ ਗਏ, ਕੁਛ ਠਹਿਰੇ ਰਹੇ ਆਪਣੇ ਠਿਕਾਣੇ ਤੇ। ਆਮੇਨ। ਤਾਂ ਫਿਰ ਪਰਮੇਸ਼ਰ ਨੇ ਜਦੋਂ ਦੁਨੀਆ ਬਣਾਈ, ਇਸੇ ਹੀ ਹਾਲਾਤ ਹੇਠ ਬਣਾਈ ਕਿ ਬੰਦਾ, ਕਿਉਂਕਿ ਕੰਮ ਤਾਂ ਹੋ ਚੁੱਕਾ, ਪਰਮੇਸ਼ਰ ਨੇ ਜੋ ਦੁਸ਼ਮਣ ਆ, ਉਮੀਦ ਹੈ ਬੱਚੇ ਸੁਣ ਰਹੇ ਆ, ਜੋ ਦੁਸ਼ਮਣ ਆ, ਜੋ ਸ਼ੈਤਾਨ ਆ, ਉਹਨੂੰ ਪੇਸ਼ ਕੀਤਾ ਧਰਤੀ ਤੇ। ਆਦਮੀ ਦੇ ਅੱਗੇ ਦੋ ਚੁਣਾਵ ਰੱਖ ਦਿੱਤੇ। ਸਦਾ ਤੋਂ ਜਦ ਤੋਂ ਇਤਿਹਾਸ ਪੈਦਾ ਚੱਲ ਰਿਹਾ ਹੈ, ਅੱਜ ਤੱਕ ਹਮੇਸ਼ਾ ਦੋ ਚੋਣਾਂ ਹਨ। ਬੱਚਿਓ, ਤੁਹਾਡੇ ਅੱਗੇ ਦੋ ਚੋਣਾਂ ਹਨ। ਜੇ ਅਸੀਂ ਦੁਨਿਆਵੀ ਤੌਰ ਤੇ ਪੜ੍ਹਦੇ ਹਾਂ ਤਾਂ ਦੁਨਿਆਵੀ ਇਹ ਦੱਸਦੇ ਕਿ ਇਹ ਟੀਨ ਏਜ, ਕਿਸ਼ੋਰ ਅਵਸਥਾ ਦੇ ਸਾਲ ਸਭ ਤੋਂ ਮਹੱਤਵਪੂਰਨ ਆ। ਬੱਚੇ ਖੇਲਦੇ ਆ, ਬੱਚਿਆਂ ਦੇ ਅੱਗੇ ਦੁਨੀਆ ਖੁੱਲਦੀ ਹੈ, ਸਕੂਲਾਂ 'ਚ ਜਾਂਦੇ, ਵੱਡਿਆਂ 'ਚ ਸਿੱਖਦੇ ਆ, ਦੋਸਤ ਮਿੱਤਰ ਬਣਾਉਂਦੇ, ਪੜ੍ਹਾਈ ਲਿਖਾਈ ਕਰਦੇ, ਚੋਣਾਂ ਕਰਦੇ ਆ। ਇਹ ਹਰ ਤਰ੍ਹਾਂ ਮਹੱਤਵਪੂਰਨ ਹੈ। ਪਰ ਚੋਣ ਦੋ ਤਰ੍ਹਾਂ ਦੀ ਆ। ਇੱਕ ਭਲੇ ਬੁਰੇ ਦਾ ਰੋਕਿਆ, ਇਹਨੂੰ ਦੁਨੀਆ ਕਹਿ ਸਕਦੇ। ਪਰਮੇਸ਼ਵਰ ਤੋਂ ਇਲਾਵਾ ਜੋ ਦੂਸਰੀਆਂ ਚੀਜ਼ਾਂ ਨੂੰ ਚੁਣਨਾ, ਉਹ ਭਲਾ ਬੁਰੇ ਦੇ ਗਿਆਨ ਦਾ ਹੀ ਰੋਕਿਆ। ਉਹ ਦੁਨਿਆਵੀ ਚੀਜ਼ਾਂ ਆ, ਉਹ ਘਮੰਡ ਹੋ ਸਕਦਾ, ਉਹ ਆਪਣਾ ਆਪਾ ਹੋ ਸਕਦਾ, ਨੇਤਰਾਂ ਦੀ ਅਭਿਲਾਸ਼ਾ, ਸਰੀਰ ਦੀ ਕਾਮਨਾ, ਜੀਵਨ ਦਾ ਘਮੰਡ, ਜੋ ਮਰਜ਼ੀ ਕਹਿ ਲੋ। ਇਹ ਦੁਨਿਆਵੀ ਚੀਜ਼ਾਂ ਹਨ, ਵਸਤੂਆਂ। ਇੱਥੋਂ ਤੱਕ ਅੱਜ ਸਾਡੇ ਜੀਵਨ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਸਕੂਲ ਦੇ ਜੀਵਨ ਵਿੱਚ, ਪਰਿਵਾਰਕ ਜੀਵਨ ਦੇ ਵਿੱਚ, ਵਿਆਹੁਤਾ ਜੀਵਨ ਦੇ ਵਿੱਚ ਸਦਾ ਦੋ ਚੋਣਾਂ ਹੁੰਦੀਆਂ, ਸਦਾ ਹੀ ਦੋ ਚੋਣਾਂ ਹੈ। ਕਿਉਂਕਿ ਸੰਸਾਰ ਵਿੱਚ ਦੋ ਸਰੋਤ ਹੈ। ਪਹਿਲਾ ਸਰੋਤ, ਅਸਲੀ ਸਰੋਤ ਪਰਮੇਸ਼ਵਰ ਹੈ, ਆਮੇਨ, ਔਰ ਦੂਸਰਾ ਸਰੋਤ शैतान है, जो माड़ा है, गलत है। ठीक है। और इसलिए ਜਦੋਂ ਅਸੀਂ ਗਲਤ ਚੋਣ ਕਰਦੇ ਹਾਂ ਪਰਮੇਸ਼ਵਰ ਨੂੰ ਛੱਡ ਕੇ, ਜੋ ਕਿ ਕਾਫੀ ਹੈ, ਸਫੀਸ਼ੀਐਂਟ ਹੈ, ਕਾਫੀ ਹੈ, ਤੇਰੀ ਕਿਰਪਾ ਹੀ ਕਾਫੀ ਹੈ, ਸਭ ਚੀਜ਼ਾਂ ਲਈ ਪਰਮੇਸ਼ਵਰ ਕਾਫੀ ਹੈ, ਕਾਫੀ ਤੋਂ ਵੀ ਵੱਧ ਕੇ। ਉਹਨੂੰ ਛੱਡ ਕੇ ਜੇ ਦੂਜਾ ਚੁਣਦੇ ਆ, ਅਸੀਂ ਸ਼ੈਤਾਨ ਦੀ ਸਾਈਡ ਲੈਂਦੇ ਆ। और खासकर अपने ना बेहतरीन सुनहरी दिनों के अंदर सो दो चीज़ां हैं। ये दो चीज़ां दो वख-वख स्रोतां दे नाल संबंध रखदियां हैं, और ये दोनों ही चीज़ां हमेशा साडे सामने हुंदियां। और परमेश्वर ने मनुख नूं आजाद मर्जी दा बनाया है, और चोण मनुख ने आप करनी हुंदी है। ठीक है। और असी हमेशा पहला स्रोत चुनना है, वो स्रोत जो जीवन लैके आता है, वो स्रोत जो कि परमेश्वर है। आमीन, हालेलुया। सब जतना नाल, कोशिशा दे नाल अई पहले स्रोत दे नाल चिंबड़ जाना है, जप्पी पा लेनी है, ओनू छड्डना नहीं है। हालेलुया। क्योंकि पहला स्रोत परमेश्वर है, प्रभु यीशु मसीह। हालेलुया। इसके लिए तुसी चोण करनी, बच्चियां ने चोण करनी है कि उन्होंने की करना है, संगतियां करनियां या घर बैठना, टीवी दे प्रोग्राम देखने या फिर उन्होंने प्रभु दे कम्मां च इन्हां दिनां च वधना। मैं स्टडी देख रहा सी कि जब तक बच्चे 19 साल तक हुंदे आ, बच्चे स्टडी है,
19 ਸਾਲ ਤੱਕ, ਜਾਨੀ ਟੀਨ ਏਜ, ਜਦ ਤੱਕ ਉਹਨਾਂ ਦੀ ਮੁੱਕਦੀ ਹੈ ਸੁਨਹਿਰੀ ਸਾਲ, ਲਗਭਗ 50,000 ਮਰਡਰ, ਖੂਨ ਕਿਸੇ ਦਾ ਕਰਨਾ ਉਹ ਦੇਖ ਚੁੱਕੇ ਹੁੰਦੇ। 50,000। ਪਤਾ ਕਿੱਦਾਂ? ਗੇਮਾਂ ਦੇ ਰਾਹੀਂ। ਜਿੰਨੀਆਂ ਫਿਲਮਾਂ ਆ, ਡਰਾਉਣੇ ਨਾਟਕ, ਭੂਤ ਬਣ ਕੇ ਭਾਵੇਂ ਕੋਈ ਮਾਰ ਰਿਹਾ, ਉਹ ਮਰਡਰ ਦੇਖਦੇ ਕਿਸੇ ਨਾ ਕਿਸੇ ਤਰੀਕੇ ਦੇ ਰਾਹੀਂ ਬੱਚੇ। ਬੜੇ ਧਿਆਨ ਦੇ ਨਾਲ ਸੁਣਿਓ। ਔਰ ਬੱਚੇ ਇਹਦੇ ਚ ਪਲ ਰਹੇ ਆ। ਸੁਨਹਿਰੀ ਸਾਲ ਸਭ ਤੋਂ ਵੱਧ ਇਸ ਉਮਰ ਚ ਮੈਂ ਦੇਖਿਆ ਬੱਚੇ ਮੂਵੀ ਦੇਖਦੇ ਆ ਔਰ ਇਹ ਗੇਮਾਂ ਖੇਡਦੇ ਹਨ, ਇਸੇ ਉਮਰ ਚ ਸਭ ਤੋਂ ਜ਼ਿਆਦਾ। ਔਰ ਇਹ ਜੋ ਦੇਖਦੇ ਹਨ ਇਹ ਉਹਨਾਂ ਦੇ ਵਿਚਾਰਾਂ ਚ ਆਉਂਦਾ, ਸੁਪਨਿਆਂ ਚ ਆਉਂਦਾ, ਖਿਆਲਾਂ ਚ ਆਉਂਦਾ। ਏਦਾਂ ਦਾ ਉਹ ਫਿਰ ਕਰਦੇ ਆ, ਛਾਲਾਂ ਮਾਰਦੇ ਆ, ਡੰਡੇ ਫੜ ਕੇ ਘੁਮਾਉਂਦੇ ਆ, ਕਈ ਕੁਛ ਕਰਦੇ ਆ। 50,000 ਖੂਨ ਹੁੰਦਾ ਦੇਖਦੇ ਆ, ਮਰਡਰ ਹੋ ਚੁੱਕਿਆ ਹੁੰਦਾ ਦੇਖ ਲੈਂਦੇ ਆ। ਕੀ ਇਹ ਭਿਆਨਕ ਨਹੀਂ? ਕਿ ਇੱਕ ਬਹੁਤ ਵੱਡੀ ਦੁਰਦਸ਼ਾ ਨਹੀਂ ਸਾਡੇ ਬੱਚਿਆਂ ਲਈ ਕਿ ਉਹ ਖੂਨ ਹੁੰਦੇ ਦੇਖ ਰਹੇ ਆ? ਚੋੜ ਤੁਸੀਂ ਕਰਨੀ ਬੱਚਿਆਂ ਨੇ, ਤੁਸੀਂ ਖੂਨ ਹੁੰਦੇ ਦੇਖਣੇ ਆ, ਜਾਂ ਤੁਸੀਂ ਪ੍ਰਭੂ ਦੇ ਘਰ ਚ ਆਉਣਾ ਹੈ, ਜਾਂ ਤੁਸੀਂ ਆਪਣੀ ਬਾਈਬਲ ਪੜ੍ਹਨੀ ਹੈ। ਇਸ ਉਮਰ ਚ ਸੁਨਹਿਰੀ ਚ ਇਹ ਤੁਹਾਡੇ ਰਿਸ਼ਤੇ ਨੂੰ ਸਦਾ ਸਦਾ ਦੇ ਲਈ ਪਰਮੇਸ਼ਵਰ ਦੇ ਨਾਲ ਬਹੁਤ ਗਹਿਰਾ ਕਰ ਦੇਵੇਗਾ, ਜਾਂ ਤੁਹਾਨੂੰ ਕ੍ਰਿਮੀਨਲ ਜਾਂ ਦੂਸਰੇ ਕਈ ਤਰ੍ਹਾਂ ਦੇ ਚੀਜ਼ਾਂ ਬਣਾ ਦੇਵੇਗਾ। ਇਸ ਲਈ ਪਿਆਰਿਓ ਬੱਚਿਓ, ਜਿੰਨੀਆਂ ਵੀ ਵੱਧ ਤੋਂ ਵੱਧ ਸੰਗਤੀਆਂ ਤੁਸੀਂ ਕਰ ਸਕਦੇ ਹੋ ਕਰੋ। ਚਾਹੇ ਕਿਸੇ ਤਰ੍ਹਾਂ ਦੀ ਮੀਟਿੰਗ ਹੋਵੇ, ਦੁੱਖ ਵਾਲੀ, ਸੁੱਖ ਵਾਲੀ, ਖੁਸ਼ੀਆਂ ਵਾਲੀ, ਗਮੀਆਂ ਵਾਲੀ, ਬੱਚਿਆਂ ਵਾਲੀ, ਵੱਡਿਆਂ ਵਾਲੀ, ਜਵਾਨਾਂ ਵਾਲੀ ਜਾਂ ਬੁੱਢਿਆਂ ਵਾਲੀ, ਤੁਸੀਂ ਵਿੱਚ ਚਾਹੀਦੇ। ਹਾਲੇਲੂਇਆ। ਤੁਸੀਂ ਇਹ ਚੋਣ ਕਰਨੀ ਹੈ, ਤੁਸੀਂ ਮੀਟਿੰਗਾਂ ਕਰਨੀਆਂ ਹਨ। ਹਾਲੇਲੂਇਆ। ਹਫਤੇ ਦੇ ਵਿੱਚ ਇੱਕ ਮੀਟਿੰਗ ਕਰਨੀ, ਐਤਵਾਰ ਦੇ ਐਤਵਾਰ। ਇਹ 60 ਸਾਲ ਤੋਂ ਉੱਪਰ ਦੇ ਲੋਕਾਂ ਲਈ ਆ, 13 ਤੋਂ 19 ਸਾਲ ਦੇ ਬੱਚਿਆਂ ਲਈ ਨਹੀਂ ਆ। ਕਿਉਂਕਿ 60 ਸਾਲ ਤੋਂ ਉੱਤੇ ਬਿਮਾਰ ਹੋ ਗਏ, ਗੋਡੇ ਦੁਖਦੇ ਆ, ਯੂਰਿਕ ਐਸਿਡ ਵਧਿਆ ਹੈ, ਕਈ ਕੁਛ ਅਲਾਮਤਾਂ ਹੋ ਗਈਆਂ, ਠੰਡ ਜ਼ਿਆਦਾ ਲੱਗਦੀ ਹੈ। ਤੁਹਾਨੂੰ ਕੋਈ ਟੋਪੀਆਂ ਪਾਉਣ ਦੀ ਲੋੜ ਨਹੀਂ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਤੁਹਾਨੂੰ ਕੋਈ ਠੰਡ ਦੀ ਪਰਵਾਹ ਨਹੀਂ। ਤੁਸੀਂ ਸੰਗਤੀਆਂ ਸਾਰੀਆਂ ਕਰਨੀਆਂ। ਹਫਤੇ 'ਚ ਇੱਕ ਸੰਗਤੀ ਬੱਚਿਆਂ ਲਈ ਨਹੀਂ ਹੈ, ਇਹ ਬੁੱਢਿਆਂ ਦੇ ਲਈ ਆ, 60 ਸਾਲ ਤੋਂ ਉੱਪਰ ਦੇ ਲੋਕਾਂ ਦੇ ਲਈ ਆ। ਆਮੀਨ। ਕਿਉਂਕਿ ਸੰਗਤੀਆਂ ਜੋ ਚਰਚ ਵਿੱਚ ਹਨ, ਇਹ ਸੰਗਤੀਆਂ ਤੁਹਾਡੀ ਸੰਗਤੀਆਂ। ਹਰੇਕ ਸੰਗਤੀ ਜੋ ਚਰਚ ਵਿੱਚ ਆ, ਜੋ ਚਰਚ ਤੋਂ ਬਾਹਰ ਆ, ਕਿਤੇ ਵੀ ਆ, ਉਹ ਤੁਹਾਡੀ ਸੰਗਤੀ ਆ। ਜੋ 13 ਤੋਂ 19 ਸਾਲ ਦੇ ਆ, ਇਹ ਤੁਹਾਡੀ ਸੰਗਤੀ ਹੈ ਔਰ ਤੁਸੀਂ ਉਹਦੇ ਵਿੱਚ ਚਾਹੀਦੇ ਆ। ਹਾਲੇਲੂਇਆ। ਇਹ ਔਖਾ ਹੈ, ਇਹ ਮੁਸ਼ਕਿਲ ਹੈ ਦੱਸਣਾ ਕਿ ਸੰਗਤੀ ਕਿਸ ਤਰ੍ਹਾਂ ਦੀ ਹੋਵੇਗੀ। ਇਹ ਔਖਾ ਹੈ ਦੱਸਣਾ ਕਿ ਮੀਟਿੰਗ ਸੰਗਤੀ ਜਿਹੜੀ ਵੀ ਹੋਣੀ ਹੈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸੰਗਤੀ ਨਿਰਭਰ ਕਰਦੀ ਹੈ ਤੁਹਾਡੇ ਬੋਝ ਦੇ ਉੱਤੇ। ਜਦੋਂ ਤੁਸੀਂ ਬੋਝ ਦੇ ਨਾਲ ਆਏ ਆ, ਪ੍ਰਾਰਥਨਾ ਦੇ ਨਾਲ ਆਏ ਆ, ਤੁਸੀਂ ਟੁੱਟ ਕੇ ਆਏ ਆ, ਤੁਸੀਂ ਕੁਝ ਪ੍ਰਾਪਤ ਕਰਨ ਲਈ ਆਏ ਆ, ਤੁਸੀਂ ਆਪਣਾ ਸਭ ਤੋਂ ਬੈਸਟ ਔਰ ਵਧੀਆ ਸਮਾਂ ਦੇਣ ਲਈ ਆਏ ਆ, ਆਪਣੇ ਸੁਨਹਿਰੀ ਦਿਨਾਂ ਦਾ, ਆਪਣੇ ਸੁਨਹਿਰੀ ਸਾਲਾਂ ਦਾ ਤੁਸੀਂ ਉਸ ਭਾਵਨਾ ਨਾਲ ਇੱਥੇ ਆਏ ਹੋ, ਤਾਂ ਉਹ ਸੰਗਤੀ ਤੁਹਾਡੇ ਲਈ ਬੈਸਟ ਔਰ ਸਭ ਤੋਂ ਵਧੀਆ ਹੋਵੇਗੀ। ਕਿਉਂਕਿ ਸੰਗਤੀ ਤੁਹਾਡੀ ਆ, ਤੁਹਾਡਾ ਬੋਝ ਪ੍ਰਚਾਰਕ ਦੇ ਵਿੱਚੋਂ ਵਚਨ ਨੂੰ ਬਾਹਰ ਕੱਢੇਗਾ। ਇਸ ਲਈ ਭਾਈ ਬ੍ਰਾਹਨਮ ਨੇ ਕਿਹਾ, ਪ੍ਰਚਾਰ ਕਦੇ ਵੀ ਕੀਤਾ ਨਹੀਂ ਜਾਂਦਾ, ਪ੍ਰਚਾਰ ਕਰਵਾਇਆ ਜਾਂਦਾ ਹੈ। ਇਹ ਲੋਕਾਂ ਦੀ ਲੋੜ ਤੇ ਨਿਰਭਰ ਕਰਦਾ ਹੈ, ਇਹ ਲੋਕਾਂ ਦੇ ਬੋਝ ਤੇ ਨਿਰਭਰ ਕਰਦਾ ਹੈ ਔਰ ਬੱਚੇ ਸਭ ਤੋਂ ਵਧੀਆ ਕੰਮ ਕਰ ਸਕਦੇ ਆ। ਤੁਸੀਂ ਬੱਚੇ ਕਰ ਸਕਦੇ ਹੋ ਕਿਉਂਕਿ ਹਰ ਇੱਕ ਸੰਗਤੀ ਤੁਹਾਡੀ ਸੰਗਤੀ ਹੈ। ਇਹ ਨਾ ਕਹੋ ਬੱਚਿਆਂ ਨੂੰ ਅੱਜ ਘਰ ਰਹਿ ਲਓ, ਤੁਸੀਂ ਸੌਮੋ, ਅਸੀਂ ਬਸ 2 ਘੰਟੇ ਚ ਰਜਾਈ ਚ ਬੜੋ, ਤੇ ਕਹੇ ਰਜਾਈ ਚ ਰਹੋ ਤੇ ਕੋਈ ਨਹੀਂ, ਠੰਡ ਬਹੁਤ ਆ। ਨਹੀਂ, ਉਹਨਾਂ ਦੀ ਸੰਗਤੀ, ਉਹਨਾਂ ਨੂੰ ਲਿਆਉਣਾ ਨਹੀਂ ਚਾਹੀਦੀ, ਸੰਗਤੀ ਉਹਨਾਂ ਦੀ ਆ। 60 ਸਾਲ ਤੋਂ ਉੱਪਰ ਦਿਆਂ ਦੀ ਐਤਵਾਰ ਦੀ ਆ,
बाकी सारिया शक्तियां इन्हां दियां तुहाडियां आ सारिया शक्तियां तुसीं इहदे विच चाहीदे हो हर वक्त इत्थे होना चाहिदा है हालेलुया और इसलिए हालेलुया गंभीरता दे नाल प्रार्थना दे नाल बोझ दे नाल बच्चियां नूं कह रहे हैं संगति दे विच आउणा है हालेलुया और कोई भी चीज हल्के ढंग नाल नहीं लैनी एवें नहीं लैनी है नॉर्मल जां सादा नहीं समझना है क्योंकि इस सालां दे विच 13-19 जो कुछ भी तुसीं करदे हो बहुत ही अर्थपूर्ण ढंग नाल करना क्योंकि इन्हें सारी जिंदगी तय करनी जब तक जीना असीं बहुत ही अर्थपूर्ण तरीके नाल करना मैं इत्थे देख रहा बच्चे गा रहे आमीन छोटे छोटे स्तुति ने बहुत जबरदस्त गाया और एंड जिहड़ा सीगा बहुत सोहना छड्डिया करके आमीन और भाई ग्रीफन होना दे बच्चे होर बच्चे और वधिया भाई बच्चों नूं मौका दिता आमीन असीं इन्हां नूं एक तरह इन्हां दे अगे एक स्टेज दुनिया खोल रहे हैं एक तरह ये प्रचार के माध्यम हैं और चंगा है हालेलुया सो प्रभु का धन्यवाद ये कह कि 20 साल तो बाद मैं बहुत कोशिश की थी मैनू संगीत नाल बहुत प्यार सी मैं क्या हारमोनीयम सिखा वो करा कुछ नहीं हो सकिया क्योंकि उम्र बीत गई सी आमीन समझ गए तुसी ਐਤਵਾਰ ਦੇ ਐਤਵਾਰ ਹਫਤੇ ਦੀ ਜਿਹੜੀ ਮੀਟਿੰਗ ਹੈ ਉਹਦਾ ਮਹੱਤਵ ਸਮਝਣਾ ਹੈ ਆਮੀਨ ਬੱਚਿਆਂ ਨੇ ਹਰ ਇੱਕ ਮੀਟਿੰਗ ਜਿਹੜੀ ਹੁੰਦੀ ਹੈ ਉਹਦਾ ਤੁਸੀਂ ਬਹੁਤ ਮਹੱਤਵ ਸਮਝਣਾ ਆ ਉਸ ਕਿਉਂਕਿ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਸੁਨਹਿਰੀ ਦਿਨ ਆ ਇਹ ਉਹਨਾਂ ਸੁਨਹਿਰੀ ਦਿਨਾਂ ਨੂੰ ਤੁਸੀਂ ਵੇਸਟ ਨਹੀਂ ਕਰਨਾ ਆ ਕੇ ਤੁਸੀਂ ਗੱਲਾਂ ਕਰਦੇ ਹੋਵੋ ਤੁਸੀਂ ਆਲੇ ਦੁਆਲੇ ਹੋਵੋ ਤੁਹਾਡਾ ਧਿਆਨ ਕਿਤੇ ਹੋਰ ਹੋਵੇ ਤੁਸੀਂ ਗਵਾਚੇ ਹੋਏ ਹੋਵੋ ਤੁਸੀਂ ਆਪਣੇ ਸਭ ਤੋਂ ਇਹ ਦਿਨ ਜਿਹੜੇ ਵਧੀਆ ਹਨ ਇਹਨਾਂ ਨੂੰ ਵੇਸਟ ਨਹੀਂ ਕਰਨਾ ਹੈ ਤੁਸੀਂ ਇਹਨਾਂ ਨੂੰ ਅਰਥਪੂਰਨ ਤਰੀਕੇ ਦੇ ਨਾਲ ਆਮੀਨ ਸਭ ਤੋਂ ਵੱਧ ਮਹੱਤਵਪੂਰਨ ਤਰੀਕੇ ਦੇ ਨਾਲ ਇਹਨਾਂ ਸੰਗਤੀਆਂ ਨੂੰ ਲੈਣਾ ਹੈ ਹਾਲੇਲੂਇਆ ਇਸ ਲਈ ਤੁਸੀਂ ਦੁਆ ਕਰਨੀ ਔਰ ਦੇਖਣਾ ਹੈ ਕਿ ਪ੍ਰਭੂ ਤੁਹਾਡੀ ਅਗਵਾਈ ਕਿਵੇਂ ਕਰ ਰਿਹਾ ਤੁਹਾਨੂੰ ਚਲਾ ਕਿਵੇਂ ਰਿਹਾ ਹੈ ਆਮੀਨ जो कुछ भी तुम अपने ना सालां च करते हो कुछ भी हल्के ढंग नाल नहीं लेना हल्के तरीके नाल नहीं करना क्योंकि तीन हल्के तरीके नाल कुछ भी करन दे नहीं है आमीन ਜਦੋਂ ਤੁਸੀਂ ਇਹ ਸਮਝ ਜਾਂਦੇ ਹੋ ਔਰ ਪੂਰੀ ਗੰਭੀਰਤਾਈ ਦੇ ਨਾਲ ਕਿ ਤੁਹਾਡੇ ਦਿਨ ਸਭ ਤੋਂ ਮਹੱਤਵਪੂਰਨ ਹਨ ਸੁਨਹਿਰੀ ਹਨ ਬੜੇ ਕੀਮਤੀ ਹਨ ਬਸ ਤੁਸੀਂ ਇੰਨਾ ਸਮਝ ਗਏ ਇੰਨਾ ਹੀ ਕਾਫੀ ਹੈ ਹਾਲੇਲੂਇਆ ਆਮੀਨ ਹਾਲੇਲੂਇਆ ਹੁਣ ਥੋੜੀ ਜਿਹੀ ਗੱਲ ਆਪਾਂ ਕਰਕੇ ਸਮਾਪਤ ਕਰਾਂਗੇ ਤੁਸੀਂ ਕਹਿੰਦੇ ਉਹ ਮੈਂ ਤਾਂ 18 ਸਾਲ ਤੋਂ ਟੱਪ ਗਿਆ मैं तो 19 साल तो टप गया मैं तो 20 साल का हो गया ठीक है मेरे तो जेडे सुनहरी दिन दस रहे ये बीत गए तो सानू 20 साल तो उपर दियां नू बुढ़े हो गए सब फिर सानू की करना चाहिए है तो पहली तो गल ये कि मैनू दुख है कि तुहाडे सुनहरी दिन बीत चुके हैं मेरे भी बीत गए साडे सब दे जेडे ज्यादा उम्र दे इसलिए 19 तो उपर है कॉलेजां च पहुँच गए या किते ऑफिस चले गए या काम कार ते या किते भी है तुसी जो भी कुछ है ठीक है असी जो 13 तो 19 साल दे आ इन्हां नूं अपना पैटर्न बनाइए तरीका बनाइए इन्हां वांगू काम करन दा इन्हां वांगू बिजी रहन दा इन्हां वांगू आमीन मेहनत करन दा या कुछ करन दा आमीन क्योंकि जे तुसी अपने ये साल ठीक ढंग नाल नहीं बिताए तो फिर आले दुआले जो साडे बच्चे हैं कलीसिया जो कर रहे वेखते जिदा गाउंदियां नूं देखदे वचन बारे देखते हाँ कई बार मुंह जबानी बहुत लंबा लंबा आयतां सुणाउंदे हैं
ਦੂਤਾਂ ਦੇ ਨਾਮ ਸੁਣਾਉਂਦੇ, ਸੰਨ ਦੱਸਦੇ ਹਨ, ਸਭ ਚੀਜ਼ਾਂ ਆ। ਅਸੀਂ ਇਹਨਾਂ ਬੱਚਿਆਂ ਨੂੰ ਪੈਟਰਨ ਬਣਾ ਸਕਦੇ, ਆਪਣਾ ਉਦਾਹਰਣ ਬਣਾ ਸਕਦੇ ਇਹਨਾਂ ਨੂੰ, ਔਰ ਅਸੀਂ ਏਦਾਂ ਕੁਛ ਇਹਨਾਂ ਤੋਂ ਸਿੱਖ ਸਕਦੇ ਹਾਂ, ਕਿਉਂਕਿ ਪ੍ਰਭੂ ਦੇ ਆਪਣੇ ਸ਼ਬਦ ਆ ਕਿ ਬੱਚਿਆਂ ਕੋਲੋਂ ਸਿੱਖੋ। ਮੈਂ ਪੜ੍ਹਨ ਲੱਗਾ ਇੱਕ ਮੱਤੀ ਦੀ ਕਿਤਾਬ 18 ਦੀ 3-4 ਆਏ, 18 ਦੀ 2 ਤੋਂ 4। ਤਦ ਉਸਨੇ ਇੱਕ ਛੋਟੇ ਬਾਲਕ ਨੂੰ ਕੋਲ ਸੱਦ ਕੇ ਉਸਨੂੰ ਉਹਨਾਂ ਦੇ ਵਿਚਾਲੇ ਖੜਾ ਕੀਤਾ। ਇਹਨੇ ਪ੍ਰਭੂ ਯਿਸੂ ਮਸੀਹ ਨੇ। ਤਦ ਉਸਨੇ ਇੱਕ ਛੋਟੇ ਬਾਲਕ ਨੂੰ ਕੋਲ ਸੱਦ ਕੇ ਉਸਨੂੰ ਉਹਨਾਂ ਦੇ ਵਿਚਾਲੇ ਖੜਾ ਕੀਤਾ ਅਤੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਵੀ ਜੇ ਤੁਸੀਂ ਨਾ ਮੁੜੋ ਅਤੇ ਛੋਟੀਆਂ ਬਾਲਕਾਂ ਵਾਂਗੂ ਨਾ ਬਣੋ ਤਾਂ ਸੁਰਗ ਦੇ ਰਾਜ ਵਿੱਚ ਕਦੀ ਨਾ ਵੜੋਗੇ। ਉਪਰੰਤ ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਗੂ ਛੋਟਾ ਜਾਣੇ, ਸੋਈ ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਹੈ। ਆਮੇਨ। ਭਾਵੇਂ ਅਸੀਂ ਬੁੱਢੇ ਹੋ ਗਏ, ਠੀਕ ਹੈ, ਪਰ ਹਰ ਇੱਕ ਦਿਨ ਆਪਣਾ ਅਸੀਂ ਬਤਾ ਸਕਦੇ ਇਹਨਾਂ ਬੱਚਿਆਂ ਦੇ ਵਾਂਗੂ ਸਿੱਖਣ, ਕਿਉਂਕਿ ਬੱਚਿਆਂ ਨੂੰ ਸਿੱਖਣ ਦਾ ਬਹੁਤ ਚਾਅ ਆ, ਇਸ ਉਮਰ 'ਚ ਪੁੱਛਣ ਦਾ ਬਹੁਤ ਚਾਅ ਆ। ਉਹ ਗੱਲਾਂ ਪੁੱਛਦੇ ਹੋ, ਜਾਣਨਾ ਚਾਹੁੰਦੇ ਹੋ, ਸਿੱਖਣਾ ਚਾਹੁੰਦੇ ਹੈ। ਤਾਂ ਪ੍ਰਭੂ ਨੇ ਕਿਹਾ ਇਸ ਰੂਪ ਦੇ ਵਿੱਚ ਅਸੀਂ ਏਦਾਂ ਬੱਚਿਆਂ ਵਰਗੇ ਹੋ ਸਕਦੇ ਹਾਂ। ਆਮੇਨ। ਕਹਿ ਸਕਦੇ ਕਿ ਪ੍ਰਭੂ ਮੈਂ ਵਾਪਸ ਉਸ ਬੱਚਿਆਂ ਵਾਲੀ ਹਾਲਤ 'ਚ ਜਾ ਰਿਹਾ, ਤੇਰੇ ਨਾਲ ਪਿਆਰ ਕਰਨ ਲਈ, ਤੇਰੇ ਨਾਲ ਸਿੱਖਣ ਦੇ ਲਈ, ਤੇਰੇ ਨਾਲ ਜੁੜਨ ਦੇ ਲਈ, ਤੇਰੇ ਨਾਲ ਗਹਿਰੇ ਰਿਸ਼ਤੇ ਕਰਨ ਦੇ ਲਈ। ਆਮੇਨ। ਭਾਵੇਂ ਤੁਸੀਂ 50 ਸਾਲ ਦੇ ਵੀ ਕਿਉਂ ਨਾ ਹੋ ਗਏ ਹੋਵੋ, ਤੁਸੀਂ ਇਹਨਾਂ ਬੱਚਿਆਂ ਦੇ ਕੋਲ ਜਾਓ, ਉਹਨਾਂ ਕੋਲੋਂ ਤਰੀਕਾ ਸਿੱਖੋ, ਪੈਟਰਨ, ਐਗਜ਼ਾਮਪਲ ਸਿੱਖੋ, ਜਿਵੇਂ ਪ੍ਰਭੂ ਨੇ ਇੱਕ ਬੱਚਾ ਖੜਾ ਕਰਕੇ ਸਿਖਾਈ, ਕਿਆ ਕਿ ਇਹ ਬੱਚਿਆਂ ਕੋਲੋਂ ਸਿੱਖੋ। ਆਮੇਨ, ਹਾਲੇਲੂਇਆ। ਮੇਰੇ ਕਹਿਣ ਦਾ ਮਤਲਬ ਕਿ ਚਾਹੇ ਅਸੀਂ ਬੁੱਢੇ ਹੋ ਗਏ, ਵੱਡੇ ਹੋ ਗਏ, ਉਹਨਾਂ ਸੁਨਹਿਰੀ ਦਿਨਾਂ ਨੂੰ ਪਾਰ ਕਰ ਚੁੱਕੇ ਹਾਂ, ਅਸੀਂ ਬੱਚਿਆਂ ਦੇ ਵਾਂਗ ਪ੍ਰਭੂ ਨਾਲ ਪਿਆਰ ਕਰਨਾ, ਉਹਦਾ ਦੀ ਉਤਸੁਕਤਾ ਰੱਖਣੀ ਹੈ, ਉਸੇ ਤਰ੍ਹਾਂ ਦਾ ਜੋਸ਼ ਰੱਖਣਾ ਹੈ, ਉਸੇ ਤਰ੍ਹਾਂ ਦੀ ਬੇਦਾਰੀ ਰੱਖਣੀ ਹੈ। ਹਾਲੇਲੂਇਆ। ਔਰ ਬੱਚਿਆਂ ਦੇ ਵਾਂਗ ਅਸੀਂ ਸਿੱਖਣਾ ਹੈ ਇੱਕ ਨਵੀਂ ਸ਼ੁਰੂਆਤ ਕਰਨ ਦੇ ਲਈ, ਇੱਕ ਨਵਾਂ ਸਿੱਖਣ ਦੇ ਲਈ। ਹਾਲੇਲੂਇਆ। ਇਸ ਦੇ ਲਈ ਜੋ ਅਸੀਂ ਵੱਡੇ ਹਾਂ, ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰ ਸਕਦੇ ਹਾਂ, ਉਹਨਾਂ ਨੂੰ ਆਪਣਾ ਪੈਟਰਨ, ਆਪਣਾ ਤਰੀਕਾ ਬਣਾ ਸਕਦੇ ਹਾਂ। ਇੱਕ ਦੂਜੇ ਜੋ ਚਰਚ ਦੇ ਵਿੱਚ ਵਧੀਆ ਬੱਚੇ ਹਨ ਸਾਡੇ, ਅਸੀਂ ਜੋ ਬੁੱਢੇ ਹਾਂ, ਉਹਨਾਂ ਨੂੰ ਆਪਣਾ ਤਰੀਕਾ ਬਣਾ ਸਕਦੇ ਹਾਂ। ਪ੍ਰਭੂ ਨੇ ਕਿਹਾ ਬੱਚਿਆਂ ਤੋਂ ਸਿੱਖੋ, ਉਹਨਾਂ ਦੇ ਕੋਲੋਂ ਸਿੱਖ ਸਕਦੇ ਹਾਂ। ਹਾਲੇਲੂਇਆ, ਹਾਲੇਲੂਇਆ। ਸਾਨੂੰ ਬੱਚਿਆਂ ਤੋਂ ਸਿੱਖਣ ਦੀ ਜ਼ਰੂਰਤ ਦਾ ਮਤਲਬ ਸਾਨੂੰ ਇੱਕ ਨਵੀਂ ਸ਼ੁਰੂਆਤ ਕਰਨੀ ਪੈਣੀ ਹੈ ਪ੍ਰਭੂ ਦੇ ਲਈ, ਕਿਉਂਕਿ ਇਹ ਤਾਂ ਨਬੀ ਨੇ ਕਿਹਾ ਹੈ ਕਿ ਜਵਾਨ ਉੱਠਣਗੇ। ਇਹ ਤਾਂ ਬਾਈਬਲ ਨੇ ਕਿਹਾ ਹੈ, ਬੱਚੇ ਨੂੰ ਉਹਦਾ ਠੀਕ ਰਾਹ ਸਿਖਲਾ ਤਾਂ ਵੱਡਾ ਹੋ ਕੇ ਕਦੇ ਵੀ ਉਸ ਤੋਂ ਨਹੀਂ ਹਟੇਗਾ। ਆਮੇਨ, ਹਾਲੇਲੂਇਆ। ਇਸ ਲਈ ਸਮਾਪਤੀ ਤੇ ਮੈਂ ਦੁਬਾਰਾ ਕਹਿਣਾ ਚਾਹੁੰਦਾ ਬੱਚਿਆਂ ਨੂੰ ਔਰ ਮਾਂ ਬਾਪ ਨੂੰ ਜਿਨ੍ਹਾਂ ਦੇ ਬੱਚੇ 12 ਸਾਲ ਹੋ ਗਏ, ਇਹ ਤੋਂ ਬਾਅਦ 13 ਤੇ ਆ ਰਹੇ, 18 ਤੇ ਆ, 17 ਤੇ ਆ, ਉਹ ਜਾਣ ਲੈਣ ਕਿ ਸਭ ਤੋਂ ਸੁਨਹਿਰੀ ਔਰ ਵਧੀਆ ਦਿਨ ਰੱਖੇ ਹਨ ਉਹਨਾਂ ਦੇ, ਇਹਦੇ ਵਿੱਚ ਉਹ ਕੁਝ ਵੀ ਕਰ ਸਕਦੇ ਆ। ਆਮੇਨ, ਹਾਲੇਲੂਇਆ। ਕਿਸੇ ਵੀ ਫੀਲਡ ਵਿੱਚ ਨੀਲ ਆਰਮਸਟਰੋਂਗ ਹੋਇਆ ਜੋ ਚੰਦ ਤੇ ਗਿਆ, ਪਹਿਲਾ ਵਿਅਕਤੀ ਅਮਰੀਕਾ ਦਾ ਸੀ। ਮੈਂ ਉਹਦੀ ਲਾਈਫ ਸਟੋਰੀ ਸੁਣ ਰਿਹਾ ਸੀ, ਮੈਨੂੰ ਮਿਊਜ਼ੀਅਮ 'ਚ ਜਾਣ ਦਾ ਮੌਕਾ ਮਿਲਿਆ, ਉਹਦੇ ਪਿੰਡ 'ਚ ਨੀਲ ਆਰਮਸਟਰੋਂਗ ਦੇ ਜਿੱਥੇ ਦਾ ਸੀਗਾ। ਜਦੋਂ ਉਹਦੀ ਲਾਈਫ ਸਟੋਰੀ ਸੁਣਾਉਂਦੇ, ਬੱਚਿਆਂ ਨੂੰ ਦਿਖਾਉਂਦੇ ਦੌੜੇ ਫਿਰਦੇ ਸਾਈਕਲਾਂ ਤੇ, ਤਾਂ ਉੱਥੇ ਵਿੱਚ ਪਿੱਛੋਂ ਜੋ ਸਟੋਰੀ ਸੁਣਾਉਂਦੇ, ਕਹਿੰਦੇ ਕਿ ਜਦ ਬੱਚੇ ਸਾਈਕਲਾਂ ਤੇ ਖੇਡਣ ਦੀ ਉਮਰ ਸੀਗੀ, ਗਲੀਆਂ 'ਚ ਦੌੜੇ ਫਿਰਦੇ ਸੀ, ਉਦੋਂ ਇਹਨਾਂ 'ਚ ਇੱਕ ਬੱਚਾ ਖੇਡ ਰਿਹਾ ਸੀ ਜੋ ਚੰਦ ਵੱਲ ਦੇਖ ਰਿਹਾ ਸੀ ਕਿ ਚੰਦ ਤੇ ਕਿੱਦਾਂ ਪਹੁੰਚਣਾ। ਮਤਲਬ ਉਹਦਾ ਉਹ ਉਮਰ ਸੀਗੀ। ਆਮੇਨ, ਹਾਲੇਲੂਇਆ। ਤਾਂ ਤੁਸੀਂ ਪੂਰਾ ਇਤਿਹਾਸ ਪੜ੍ਹ ਲਓ ਬਾਈਬਲ ਦਾ, ਤੁਸੀਂ ਭਾਈ ਬ੍ਰਾਨਹਮ ਬਾਰੇ ਪੜ੍ਹ ਲਓ, ਸਮਾਂ ਨੇ ਇੰਨਾ ਦੱਸਣ ਦਾ। ਭਾਈ ਬ੍ਰਾਨਹਮ ਛੋਟਾ ਬੱਚਾ ਸੀਗਾ। ਆਮੇਨ, ਉਹ ਛੋਟਾ ਹੁੰਦਾ ਪ੍ਰਚਾਰ ਕਰਦਾ ਹੈ। ਹਾਲੇਲੂਇਆ। ਅਜੇ ਦੇ ਕਿ ਜਦ ਉਹ ਉਸ ਝੁੰਡ ਵਿੱਚ ਵੀ ਗਿਆ ਜਿੱਥੇ ਪਰਾਈ ਭਾਖਿਆ ਬੋਲੀ ਗਈ, ਸ਼ਾਇਦ ਸਭ ਤੋਂ ਘੱਟ ਉਮਰ ਦਾ ਉਹ ਹੀ ਸੀਗਾ ਉੱਥੇ, ਉਹ ਛੋਟਾ ਹੁੰਦਾ ਸੀ। ਅਸੀਂ ਜਿਹੜੇ ਆ ਸਭ ਲਗਭਗ ਹੀ ਨਿੱਕੇ ਹੁੰਦੇ, ਮੈਂ ਦੇਖ ਰਿਹਾ ਇਹਨਾਂ ਭਾਈਆਂ ਨੂੰ ਜਿੰਨੇ ਮੈਨੂੰ ਜਾਣਦੇ ਆ, ਭਾਈ ਮਾਨਤ ਹੁਣਾਂ ਨੂੰ, ਮੇਰੀ ਉਮਰ ਜ਼ਿਆਦਾ ਹੈ,
ਇਹ ਛੋਟੇ ਹੁੰਦੇ ਸੀ ਇਹਨਾਂ ਚੀਜ਼ਾਂ 'ਚ ਵੱਧ ਰਹੇ। ਭਾਈ ਜੋਰਜ ਹੋਣੀ, ਭਾਈ ਬੂਟਾ ਜੀ ਹੋਣੀ, ਭਾਈ ਗ੍ਰੀਫਨ ਹੋਣੀ, ਆਮੀਨ। ਭਾਈ ਗ੍ਰੀਫਨ ਹੋਣੀ ਵੀ ਛੋਟੇ ਸੀ। ਮੇਰੀ ਉਮਰ ਇੰਨੀ ਉੱਦਾਂ ਵੱਡੀ ਨਹੀਂ, ਕਿਉਂਕਿ ਮੈਂ ਨਿੱਕਾ ਹੁੰਦਾ ਲੱਗਾ ਸੀਗਾ। ਮੈਂ ਛੋਟਾ ਹੁੰਦਾ ਪ੍ਰਚਾਰ ਕਰਨ ਲੱਗ ਪਿਆ ਸੀ, ਵਿਆਹ ਤੋਂ ਬਹੁਤ ਸਾਲ ਪਹਿਲਾਂ। ਇਦਾਂ ਹੀ ਤਾਂ ਭਾਈ ਬ੍ਰਾਨਹਮ ਸੀ। ਇਸੇ ਤਰ੍ਹਾਂ ਤਾਂ ਅਸੀਂ ਦੇਖਿਆ ਕਿ ਬੜੇ ਵੱਡੇ ਵੱਡੇ ਜੋ ਹੋਏ ਆ ਭਾਈ ਪ੍ਰਚਾਰ ਕਰ ਰਹੇ ਇਹਨਾਂ ਦਿਨਾਂ 'ਚ। ਮੈਂ YouTube ਤੇ ਦੇਖਿਆ ਸੀ, ਪੂਰਾ ਸੁਣਿਆ ਨਹੀਂ, ਪਰ ਉਹਦਾ ਮੈਂ ਟਾਈਟਲ ਦੇਖੇ। ਭਾਈ ਜੋਰਜ ਹੋਣੀ ਜੋਸੀਆ ਬਾਰੇ, ਜੋਸਾਇਆ ਬਾਰੇ, ਆਮੀਨ। ਉਹਦੀ ਉਮਰ ਕੋਈ ਜ਼ਿਆਦਾ ਨਹੀਂ ਸੀਗੀ। ਹਾਲੇਲੂਇਆ। ਸਹੀ ਬਾਈਬਲ 'ਚ ਏਦਾਂ ਦੇਖਦੇ ਆ। ਇਸ ਦੇ ਲਈ ਬੱਚਿਆਂ ਦੇ ਦਿਨ ਆਪਣੇ ਖਰਾਬ ਨਾ ਕਰ ਲਿਓ। ਸਿਖਾਓ, ਨਾਲ ਖੜੇ ਹੋਵੋ, ਅੱਗੇ ਨਾ ਲੈ ਕੇ ਚੱਲੀਏ, ਕਿਉਂਕਿ ਸਾਡੇ ਉੱਤੇ ਜ਼ਿੰਮੇਵਾਰੀ ਆ। ਸਾਡੀ ਮਿਹਨਤ, ਸਖਤ ਮਿਹਨਤ ਇੱਕ ਬੇਦਾਰੀ ਨੂੰ ਜਨਮ ਦੇਵੇਗੀ, ਇੱਕ ਆਉਣ ਵਾਲੀ ਲਹਿਰ ਨੂੰ ਤੋਰੇਗੀ। ਆਓ ਇਸ ਲਹਿਰ ਨੂੰ ਤੋਰੀਏ। ਅਸੀਂ ਇੰਨਾ ਨਹੀਂ ਕਰ ਸਕਦੇ ਜਿੰਨਾ ਇਹ ਕਰ ਸਕਦੇ। ਆਓ ਮਸ਼ਾਲ ਇਹਨਾਂ ਦੇ ਹੱਥਾਂ 'ਚ ਦਈਏ ਔਰ ਇਹਨਾਂ ਨੂੰ ਗਾਈਡ ਕਰੀਏ। ਪ੍ਰਾਰਥਨਾ ਕਰਦੇ ਅਸੀਂ। ਸਾਡੇ ਖੁਦਾਵੰਦ ਪ੍ਰਭੂ ਯਿਸੂ ਮਸੀਹ, ਤੇਰੇ ਨਾਂ ਨੂੰ ਉਸਤਤ ਮਹਿਮਾ ਵਡਿਆਈ ਦਿੰਦੇ ਹਾਂ। ਧੰਨਵਾਦ ਕਰਦੇ ਜੋ ਤੂੰ ਵਚਨ ਦਿੱਤਾ ਹੈ ਔਰ ਹਰੇਕ ਮਾਂ ਬਾਪ ਦੇ ਉੱਤੇ ਵੱਡੀ ਜ਼ਿੰਮੇਵਾਰੀ ਦੇ ਬਾਰੇ 'ਚ ਤੂੰ ਸਾਨੂੰ ਦੱਸਿਆ ਹੈ, ਕਿਉਂਕਿ ਹਮੇਸ਼ਾ ਤੂੰ ਚਾਹੁੰਦਾ ਹੈ ਕਿ ਇੱਕ ਪੀੜ੍ਹੀ ਦੂਜੀ ਪੀੜ੍ਹੀ ਤੱਕ ਵਚਨ ਲੈ ਕੇ ਜਾਵੇ, ਵਰਣਨ ਕਰੇ ਔਰ ਲਹਿਰ ਤੁਰਦੀ ਰਹੇ, ਤਾਂ ਕਿ ਕੰਮ ਨਿਰੰਤਰਤਾ 'ਚ ਜਾਰੀ ਰਹੇ। ਖਾਸ ਕਰ ਇਹ ਜੋ ਬੱਚੇ ਹਨ, ਇਹ ਸਾਡਾ ਖਜ਼ਾਨਾ ਹਨ, ਇਹ ਸਾਡੀ ਅਨਮੋਲ ਜਾਇਦਾਦ ਹਨ, ਪ੍ਰਾਪਰਟੀ ਹਨ। ਸ਼ੈਤਾਨ ਇਹਨਾਂ ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਪਰ ਇਹ ਤਾਂ ਪ੍ਰਭੂ ਤੇਰੇ ਆਉਣ ਵਾਲੇ ਕੰਮ ਦੀ ਲਹਿਰ ਹੈ। ਇਹ ਤਾਂ ਆਉਣ ਵਾਲੇ ਤੇਰੇ ਕੰਮ ਦਾ ਨਿਰੰਤਰ ਜਾਰੀ ਰਹਿਣਾ ਹੈ। ਇਸ ਲਈ ਮੈਂ ਇਹਨਾਂ ਬੱਚਿਆਂ ਨੂੰ ਤੇਰੇ ਸਮਰਪਿਤ ਕਰਦਾ ਹਾਂ। ਜਦ ਇਸ ਤੂਫਾਨ ਲਈ ਅਸੀਂ ਦੁਆ ਕਰ ਰਹੇ ਹਾਂ, ਉਸ ਦੀ ਤੰਦਰੁਸਤੀ ਲਈ, ਸਲਾਮਤੀ ਲਈ, ਲੰਬੀ ਉਮਰ ਦੇ ਲਈ, ਪਰਿਵਾਰ ਨੂੰ, ਘਰ ਨੂੰ, ਕਲੀਸਿਆ ਨੂੰ, ਸਭ ਨੂੰ ਜਿਉਂ-ਜਿਉਂ ਵੱਡਾ ਹੁੰਦਾ ਹੈ ਖੁਸ਼ੀ ਆਨੰਦ ਮਿਲੇ ਉਹਦੇ ਜੀਵਨ ਦੇ ਰਾਹੀਂ, ਔਰ ਤੇਰਾ ਸੱਚਾ ਗਵਾਹ ਹੋਵੇ, ਔਰ ਤੇਰੀ ਮਹਿਮਾ ਜਲਾਲ ਔਰ ਉਸਦੇ ਪਿਤਾ ਦਾ ਪਰਮੇਸ਼ਵਰ ਹਮੇਸ਼ਾ ਉਸ ਤੇ ਚੁਗਿਰਦੇ ਰਹੇ ਔਰ ਉਸਨੂੰ ਬਰਕਤਾਂ ਦੇ ਨਾਲ ਮਾਮੂਰ ਰੱਖੇ। ਅਸੀਂ ਉਸਦੇ ਲਈ, ਭਾਈ ਜੋਰਜ ਲਈ, ਭੈਣ ਲਈ, ਸਾਰੇ ਪਰਿਵਾਰ ਲਈ ਬਰਕਤ ਮੰਗਦੇ ਹਾਂ, ਆਸ਼ੀਸ਼ ਮੰਗਦੇ ਹਾਂ ਪ੍ਰਭੂ। ਇਥੋਂ ਦੀ ਸੰਗਤੀ ਲਈ ਬਰਕਤ ਮੰਗਦੇ ਹਾਂ। ਸਾਰੀਆਂ ਚੀਜ਼ਾਂ ਨੂੰ ਤੇਰੇ ਹਵਾਲੇ ਕਰਦੇ ਹਾਂ। ਅੱਜ ਦੀ ਸੋਹਣੀ ਸੰਗਤੀ ਦੇ ਲਈ ਕਾਫੀ ਦੁਨਿਆਵੀ ਗੱਲਾਂ ਦੇ ਨੂੰ ਲੈ ਕੇ ਗੱਲਾਂ ਸਮਝਾਈਆਂ ਗਈਆਂ ਹਨ। ਤੇਰੇ ਨਬੀ ਨੇ ਕਿਹਾ ਸਰੀਰਕ ਚੀਜ਼ਾਂ ਆਤਮਿਕ ਚੀਜ਼ਾਂ ਦਾ ਨਮੂਨਾ ਹਨ। ਨੈਚੁਰਲ, ਸੁਭਾਵਿਕ ਹਮੇਸ਼ਾ ਆਤਮਿਕ ਦਾ ਨਮੂਨਾ ਹੁੰਦਾ ਹੈ। ਪਿਤਾ ਜੀ ਇਹਨਾਂ ਸਭ ਚੀਜ਼ਾਂ ਦੇ ਰਾਹੀਂ ਬੱਚੇ ਉੱਠਣ, ਮਜ਼ਬੂਤ ਹੋਣ, ਫੈਸਲੇ ਲੈਣ ਔਰ ਇੱਕ ਮਜ਼ਬੂਤ ਨੀਂਹ ਮਸੀਹਤ ਦੀ ਔਰ ਅਗਲੀ ਆਉਣ ਵਾਲੀ ਬੇਦਾਰੀ ਲਹਿਰ ਦੀ ਰੱਖੀ ਜਾਵੇ, ਕਿਉਂਕਿ ਤੂੰ ਕਿਹਾ ਬਾਲਕ ਨੂੰ ਠੀਕ ਰਾਹ ਸਿਖਲਾ ਤਾਂ ਵੱਡਾ ਹੋ ਕੇ ਵੀ ਉਸ ਤੋਂ ਕਦੇ ਨਹੀਂ ਹਟੇਗਾ। ਹਰ ਇੱਕ ਨੂੰ ਬਰਕਤ ਦੇ। ਤੇਰੇ ਹੱਥਾਂ 'ਚ ਸਾਰੀਆਂ ਚੀਜ਼ਾਂ ਦਿੰਦੇ ਹਾਂ। ਜਦ ਇਹ ਸਭਾ ਅਸੀਂ ਸੇਵਕ ਦੇ ਹਵਾਲੇ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ, ਆਮੀਨ। ਪ੍ਰਭੂ ਤੁਹਾਨੂੰ ਭੈਣ ਭਰਾਵੋ ਸਾਰਿਆਂ ਨੂੰ ਬਹੁਤ ਬਰਕਤ ਦੇਵੇ। ਸਾਰਿਆਂ ਜੈ ਮਸੀਹ ਕੀ, ਜੈ ਮਸੀਹ ਕੀ।